ਦੋਸਤੋ, ਨਿੱਕੀਆਂ ਕਰੂਮਲਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਇੱਕ ਮੁਲਾਕਾਤ ਪ੍ਰੋਗਰਾਮ 'ਚ, ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਆ ਕਿ ਅਸੀਂ ਹਰ ਵਾਰੀ ਕਿਸੇ ਨਾ ਕਿਸੇ ਵਿਲੱਖਣ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਇਸ ਮੁਲਾਕਾਤ ਦਾ ਮੁੱਖ ਮਕਸਦ ਨਵੀਂ ਪਨੀਰੀ ਨੂੰ ਪ੍ਰੇਰਿਤ ਕਰਨਾ ਹੁੰਦਾ ਹੈ, ਤਾਂ ਕਿ ਉਹ ਨਵੀਂ ਪਨੀਰੀ ਆਦਰਸ਼ ਨਾਗਰਿਕ ਬਣ ਕੇ ਇਸ ਦੇਸ਼ ਕੌਮ ਨੂੰ ਸੁਚੱਜੇ ਰਾਹਾਂ 'ਤੇ ਤੋਰ ਸਕੇ। ਸੋ ਅੱਜ ਅਸੀਂ ਜਿਸ ਸ਼ਖਸੀਅਤ ਨਾਲ ਗੱਲ ਕਰ ਰਹੇ ਹਾਂ, ਉਸ ਸ਼ਖਸੀਅਤ ਨੇ ਸਾਹਿਤ, ਕਲਾ, ਸੱਭਿਆਚਾਰ, ਸਿੱਖਿਆ, ਜੀਵਨ ਦੇ ਅਨੇਕਾਂ ਖੇਤਰਾਂ 'ਚ ਸ਼ਾਨਦਾਰ ਪੈੜਾਂ ਪਾਈਆਂ ਨੇ ਔਰ ਸੰਘਰਸ਼ਮਈ ਜੀਵਨ ਨੂੰ ਜੀ ਕੇ ਇਸ ਸਮਾਜ ਨੂੰ ਨਵੀਆਂ ਰਾਹਾਂ ਤੇ ਨਰੋਈਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਨੇ। ਮੇਰੀ ਮੁਰਾਦ ਹੈ ਅਧਿਆਪਕਾ ਤੇ ਸਾਹਿਤਕਾਰ, ਚਿੱਤਰਕਾਰ ਕੁਲਵਿੰਦਰ ਕੌਰ ਰੋਹਾਨੀ ਤੋਂ। ਰੋਹਾਨੀ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨਿੱਕੀਆਂ ਕਰੂਮਲਾ ਚੈਨਲ ਤੇ। ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਨਿੱਕੀਆਂ ਕਰੂਮਲਾ ਚੈਨਲ ਦੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ ਸਰ। ਰੋਹਾਨੀ ਜੀ, ਮੈਨੂੰ ਪਤਾ ਕਿ ਤੁਸੀਂ ਬੜੇ ਲੰਬੇ ਸਮੇਂ ਤੋਂ ਸਾਹਿਤ ਨਾਲ ਜੁੜੇ ਹੋ, ਕਲਾ ਨਾਲ ਜੁੜੇ ਹੋ ਔਰ ਖਾਸ ਕਰਕੇ ਨਿੱਕੀਆਂ ਕਰੂਮਲਾ ਰਸਾਲਾ ਜਿਹੜਾ ਪਿਛਲੇ 25 ਸਾਲ ਤੋਂ ਬੱਚਿਆਂ ਵਿੱਚ ਜਾ ਰਿਹਾ, ਉਸ ਰਸਾਲੇ ਦੇ ਵਿੱਚ ਤੁਸੀਂ ਚਿੱਤਰਕਾਰੀ ਕਰਦੇ ਆ ਰਹੇ ਆ। ਬਹੁਤ ਸਾਰੇ ਅਖਬਾਰਾਂ ਰਸਾਲਿਆਂ 'ਚ ਤੁਸੀਂ ਚਿੱਤਰਕਾਰੀ ਕੀਤੀ ਆ, ਕਹਾਣੀਆਂ ਦੇ ਨਾਲ ਕਿਤਾਬਾਂ ਦੇ ਵਿੱਚ ਕੀਤੀ ਆ। ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਤੁਹਾਡੇ ਜੀਵਨ ਦੇ ਵਿੱਚ ਜਿਹੜਾ ਸਾਹਿਤ ਦੀ ਜੋਤ ਕਦੋਂ ਜਗੀ? ਸਰ, ਜੀਵਨ ਦੇ ਵਿੱਚ ਮੈਨੂੰ ਲੱਗਦਾ ਆ ਕੋਈ ਇੱਕ ਨਿਸ਼ਚਿਤ ਸਮਾਂ ਨਹੀਂ ਹੁੰਦਾ ਜਦੋਂ ਸਾਹਿਤ ਦੀ ਜੋਤ ਲੱਗਦੀ ਹੈ ਜੀ। ਜਦੋਂ ਇਨਸਾਨ ਪੈਦਾ ਹੁੰਦਾ ਆ, ਮਾਂ ਦੀਆਂ ਲੋਰੀਆਂ ਦੇ ਵਿੱਚੋਂ ਹੀ ਉਹਨੂੰ ਸਾਹਿਤ ਦੇ ਦਰਸ਼ਨ ਹੋ ਜਾਂਦੇ ਨੇ। ਜੀ ਜੀ। ਤੇ ਉਹ ਜਿਹੜਾ ਲੋਰੀਆਂ ਦਾ ਰਸ ਜਦੋਂ ਉਹਦੇ ਕੰਨਾਂ ਵਿੱਚ ਘੁਲਦਾ ਆ ਔਰ ਉਹ ਹੌਲੀ ਹੌਲੀ ਵੱਡਾ ਹੁੰਦਾ ਆ, ਜਿਹੜੇ ਅਸੀਂ ਖੇਡਾਂ ਖੇਡਦੇ ਹਾਂ ਆਪਣੇ ਸਹਿਪਾਠੀਆਂ ਦੇ ਨਾਲ, ਹਾਂਜੀ। ਆਪਣੇ ਫਰੈਂਡਸ ਦੇ ਨਾਲ, ਆਪਾਂ ਜਦੋਂ ਸਕੂਲ ਦੇ ਵਿੱਚ ਹੁੰਦੇ ਆ ਜਾਂ ਘਰ ਦੇ ਵਿੱਚ ਹੁੰਦੇ ਆ, ਉਹ ਖੇਡਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਤੁੱਕਾਂ ਜਿਹੜੀਆਂ ਸਾਡੀਆਂ ਕਾਵਕ ਤੁੱਕਾਂ ਦੇ ਨਾਲ ਅਸੀਂ ਆਪਣੀਆਂ ਖੇਡਾਂ ਖੇਡਦੇ ਆ ਜੀ। ਔਰ ਉਹਨਾਂ ਕਾਵਕ ਤੁੱਕਾਂ ਦੇ ਨਾਲ ਹੀ ਸਾਡਾ ਜਿਹੜਾ ਮਨ ਆ ਉਹ ਸਾਹਿਤ ਦੇ ਨਾਲ ਜੁੜ ਜਾਂਦਾ ਆ। ਔਰ ਹੌਲੀ ਹੌਲੀ ਜਦੋਂ ਤੁਸੀਂ ਪਤਾ ਹੈ ਕਿ ਬੱਚਾ ਸਕੂਲ ਜਾਂਦਾ ਆ, ਸਕੂਲ ਦੇ ਵਿੱਚ ਮੇਰੇ ਨਾਲ ਇਸ ਤਰ੍ਹਾਂ ਹੋਇਆ ਕਿ ਮੇਰਾ ਜਿਹੜਾ ਸਕੂਲੀ ਜੀਵਨ ਸੀਗਾ ਉਹ ਕਵਿਤਾਵਾਂ ਦੇ ਨਾਲ ਸ਼ੁਰੂ ਹੋਇਆ ਜੀ। ਮੇਰੀ ਜਿਹੜੀ ਅਧਿਆਪਕਾ ਸੀਗੀ ਉਹਨੇ ਮੈਨੂੰ ਵੱਖਰੀਆਂ ਵੱਖਰੀਆਂ ਕਵਿਤਾਵਾਂ ਦੇ ਨਾਲ ਉਹਨੇ ਪੜ੍ਹਾਈ ਦੇ ਨਾਲ ਜੋੜਿਆ ਜੀ। ਸੋ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਸਾਹਿਤ ਦੀ ਚੇਟਕ ਕਦੋਂ ਲੱਗੀ ਆ, ਇਹ ਮੈਨੂੰ ਯਾਦ ਨਹੀਂ। ਮੇਰੇ ਜੀਵਨ ਦੇ ਵਿੱਚ ਘੁਲਿਆ ਮਿਲਿਆ ਇਹ ਸਾਹਿਤ। ਮਤਲਬ ਤੁਸੀਂ ਬਚਪਨ ਤੋਂ ਹੀ ਸਾਹਿਤ ਦੇ ਨਾਲ ਜੁੜੇ ਆ ਜੀ। ਪਹਿਲਾਂ ਮਾਂ ਨੇ ਲੋਰੀਆਂ ਸੁਣਾਈਆਂ, ਫਿਰ ਅਧਿਆਪਕਾਂ ਨੇ ਕਵਿਤਾਵਾਂ ਸੁਣਾਈਆਂ ਤੇ ਉਹ ਤੁਹਾਡੇ ਅੰਦਰ ਜਿਹੜੀ ਕਵਿਤਾ ਸੀ ਉਹਦਾ ਬੀਜ ਪੁੰਗਰ ਰਿਹਾ ਸੀ। ਤੇ ਜਿਹੜੀ ਪਹਿਲੀ ਰਚਨਾ ਆ ਸਾਡੀ, ਉਹ ਤੁਸੀਂ ਕਦੋਂ ਲਿਖੀ ਜਾਂ ਕਦੋਂ ਛਪੀ, ਇਹ ਕੋਈ ਯਾਦ ਹੈ? ਜੀ, ਇਸ ਤਰ੍ਹਾਂ ਆ ਕਿ ਮੈਂ ਜਦੋਂ ਕਾਫੀ ਛੋਟੀ ਸੀਗੀ ਹਜੇ ਜੀ, ਤੇ ਉਸ ਵੇਲੇ ਸਾਡੇ ਸਕੂਲ ਦੇ ਵਿੱਚ ਇੱਕ ਪਰੰਪਰਾ ਸੀਗੀ ਕਿ ਬੱਚੇ ਨੂੰ ਇੱਕ ਤਾਂ ਸਕੂਲ ਡਾਇਰੀ ਲਗਵਾਉਂਦੇ ਆ ਤੇ ਉਹਨੂੰ ਇੱਕ ਰਫ ਡਾਇਰੀ ਵੀ ਲਗਵਾਉਂਦੇ ਆ ਜੀ। ਉਸ ਡਾਇਰੀ ਦੇ ਵਿੱਚ ਬੱਚੇ ਨੇ ਆਪਣੇ ਮਨ ਦੇ ਭਾਵ ਲਿਖਣੇ ਹੁੰਦੇ ਆ। ਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਕੇਂਦਰੀ ਵਿਦਿਆਲਿਆ ਦੀ ਵਿਦਿਆਰਥਣ ਆ। ਮੇਰੀ ਜਿਹੜੀ ਸਕੂਲ ਦੀ ਪੜ੍ਹਾਈ ਆ ਉਹ ਕੇਂਦਰੀ ਵਿਦਿਆਲਿਆ ਦੇ ਵਿੱਚ ਹੋਈ ਆ, ਭਾਵੇਂ ਕਿ ਮੈਂ ਪੰਜਾਬ ਆ ਕੇ ਆਪਣੀ 10ਵੀਂ ਜਮਾਤ ਇੱਥੋਂ 9ਵੀਂ ਜਮਾਤ ਜੀ ਬਿਲਕੁਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਕੀਤੀ ਹੈ ਜੀ। ਤੇ ਇਸ ਦੇ ਨਾਲ ਨਾਲ ਸਾਡੇ ਉੱਥੇ ਇੱਕ ਇਸ ਤਰ੍ਹਾਂ ਦਾ ਟ੍ਰੈਂਡ ਸੀ ਕਿ ਸਾਲ ਦੇ ਵਿੱਚ 1 ਜਾਂ 2 ਵਾਰ ਸਾਡੇ ਜਿਹੜੇ ਗਾਈਡ ਐਂਡ ਕਾਉਂਸਲਰਸ ਸੀਗੇ ਉਹ ਸਾਡੇ ਸਕੂਲਸ ਦੇ ਵਿੱਚ ਆ ਕੇ ਸਾਨੂੰ ਛੋਟੀਆਂ ਛੋਟੀਆਂ ਡਾਇਰੀਆਂ ਦਿੰਦੇ ਸੀਗੇ। ਉਹਨਾਂ ਛੋਟੀਆਂ ਛੋਟੀਆਂ ਡਾਇਰੀਜ਼ ਦੇ ਵਿੱਚ ਬਹੁਤ ਛੋਟੇ ਛੋਟੇ ਸਵਾਲ ਹੁੰਦੇ ਸੀਗੇ ਜਿਹੜੇ ਬੱਚੇ ਦੇ ਮਨ ਨੂੰ ਛੂਹਦੇ ਸੀਗੇ ਜੀ ਜੀ। ਤੇ ਉਹਨਾਂ ਸਵਾਲਾਂ ਦਾ ਜਦੋਂ ਅਸੀਂ ਜਵਾਬ ਦਿੰਦੇ ਸੀਗੇ ਤੇ ਉਹਦੇ ਵਿੱਚ ਉਹ ਦੇਖਦੇ ਸੀਗੇ ਕਿ ਇਹ ਬੱਚਾ ਜਿਹੜਾ ਆ ਉਹ ਸਾਹਿਤ ਦੇ ਲਾਗੇ ਆ, ਇਹ ਬੱਚਾ ਟੈਕਨੀਕਲ ਭਾਸ਼ਾ ਦੇ ਵਿੱਚ ਕੰਮ ਕਰਦਾ। ਤਾਂ ਇਸ ਤਰੀਕੇ ਦੇ ਨਾਲ ਬੱਚੇ ਮਤਲਬ ਕੇਂਦਰੀ ਵਿਦਿਆਲਿਆ ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਸੀ ਉਹ ਡਾਇਰੀਆਂ ਨੇ ਤੁਹਾਨੂੰ ਉਹ ਲਿਖਣ ਦੀ ਕਲਾ ਜਿਹੜੀ ਸਿਖਾਤੀ। ਹਾਂਜੀ, ਤੇ ਬਾਕੀ ਇੱਕ ਅਹਿਮ ਰੋਲ ਜਿਹੜਾ ਰਿਹਾ ਹੈਗਾ ਉਹ ਲਾਇਬ੍ਰੇਰੀ ਦਾ ਰਿਹਾ ਆ ਜੀ। ਲਾਇਬ੍ਰੇਰੀ ਦਾ ਇਸ ਕਰਕੇ ਰਿਹਾ ਕਿਉਂਕਿ ਸਾਡੇ ਸਕੂਲ ਦੇ ਵਿੱਚ ਜਦੋਂ ਲਾਇਬ੍ਰੇਰੀ ਦਾ ਪੀਰੀਅਡ ਹੁੰਦਾ ਸੀਗਾ ਤੇ ਸਾਡਾ ਪੂਰੇ ਦਾ ਪੂਰਾ ਟੇਬਲ ਲਾਇਬ੍ਰੇਰੀ ਤੇ ਕਾਫੀ ਲੰਬਾ ਟੇਬਲ ਹੁੰਦਾ ਸੀਗਾ, ਉਹ ਪੂਰਾ ਕਿਤਾਬਾਂ ਨਾਲ ਭਰਿਆ ਪਿਆ ਹੁੰਦਾ ਸੀਗਾ। ਤੇ ਅਸੀਂ ਜਦੋਂ ਘੰਟੀ ਵੱਜਦੀ ਸੀ ਲਾਇਬ੍ਰੇਰੀ ਦੇ ਪੀਰੀਅਡ ਦੀ ਤੇ ਅਸੀਂ ਦੌੜ ਕੇ ਪਹਿਲਾਂ ਤੇ 5-6 ਕਿਤਾਬਾਂ ਤੇ ਕਬਜ਼ਾ ਕਰ ਲੈਂਦੇ ਹੁੰਦੇ ਸੀਗੇ। ਉਹ ਭਾਵੇਂ ਸਾਡੇ ਕੋਲ ਉਸ ਪੀਰੀਅਡ 'ਚ ਪੜ੍ਹਨ ਤੇ ਚਾਹੇ ਨਾ ਪੜ੍ਹਨ, ਲੇਕਿਨ ਅਸੀਂ ਉਹ ਆਪਣੇ ਕਬਜ਼ੇ 'ਚ ਲੈ ਕੇ ਤੇ ਫਿਰ ਅਸੀਂ ਆਪਣੇ ਲਾਇਬ੍ਰੇਰੀ ਮੈਡਮ ਨੂੰ ਕਹਿੰਦੇ ਸੀ ਵੀ ਇਹ ਸਾਨੂੰ ਅਸੀਂ ਇੱਥੇ ਪੜ੍ਹਨੀ ਹੈ ਤੇ ਇਹ ਸਾਨੂੰ ਘਰ ਨੂੰ ਦੇ ਦਿਓ। ਦੇਖੋ, ਜ਼ਿੰਦਗੀ ਦੇ ਵਿੱਚ ਲਾਇਬ੍ਰੇਰੀ ਦਾ ਬਹੁਤ ਅਹਿਮ ਸਥਾਨ ਆ, ਪੁਸਤਕ ਦਾ ਅਹਿਮ ਸਥਾਨ ਆ। ਤੁਸੀਂ ਬਚਪਨ ਦੇ ਵਿੱਚ ਹੀ ਪੁਸਤਕਾਂ ਨਾਲ ਦੋਸਤੀ ਪਾ ਲਈ ਜੀ ਤੇ ਦੌੜ ਦੌੜ ਕੇ ਤੁਸੀਂ ਕਿਤਾਬਾਂ ਪੜ੍ਹਨ ਲੱਗ ਪਏ। ਤੇ ਪੜ੍ਹਦੇ ਪੜ੍ਹਦੇ ਜਦੋਂ ਤੁਸੀਂ ਪੜ੍ਹਾਈ ਕਰਦੇ ਕਰਦੇ ਕਾਲਜ ਵਿੱਚ ਆ ਗਏ
ਕਿਉਂਕਿ ਬਚਪਨ 'ਚ ਬਹੁਤ ਸਾਰੀਆਂ ਗੱਲਾਂ ਦਾ ਕਈ ਵਾਰੀ ਨਹੀਂ ਪਤਾ ਹੁੰਦਾ। ਕਾਲਜ ਦੇ ਵਿੱਚ ਬੰਦੇ ਨੂੰ ਜ਼ਿਆਦਾ ਸੋਝੀ ਆ ਜਾਂਦੀ ਹੈ, ਫਿਰ ਉਹ ਇਹਨਾਂ ਗੱਲਾਂ ਨੂੰ ਵਿਚਾਰਨ ਲੱਗ ਪੈਂਦਾ, ਕਰਨ ਲੱਗ ਪੈਂਦਾ। ਜੀ ਕਾਲਜ ਲਾਈਫ 'ਚ ਕਿਵੇਂ ਤੁਸੀਂ ਬਿਤਾਇਆ? ਕਾਲਜ ਲਾਈਫ ਜਿਹੜੀ ਮੇਰੀ ਆ ਉਹ ਅਸਲ 'ਚ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੇਰਾ ਜਿਹੜਾ ਰੂਹਾਨੀ ਨਾਮ ਆ ਜੀ ਉਹ ਮੈਨੂੰ ਆਪਣੇ ਕਾਲਜ ਲਾਈਫ ਔਰ ਸਕੂਲ ਜਿਹੜੀ ਕਹਿ ਲਓ 10ਵੀਂ ਤੋਂ ਬਾਅਦ ਹੀ ਮਿਲਿਆ। ਜੀ ਕਿਉਂਕਿ ਮੇਰਾ ਜਿਹੜਾ ਵਿਚਾਰ ਜਿਹੜੇ ਸੀਗੇ ਉਹ ਬਹੁਤ ਫਿਲਾਸਫੀਕਲ ਵਿਚਾਰ ਸੀਗੇ। ਜੀ ਔਰ ਜਦੋਂ ਮੈਂ ਦਾਖਲਾ ਲਿਆ ਤੇ ਕਾਲਜ ਦੇ ਵਿੱਚ ਤੇ ਮੈਨੂੰ ਮੇਰੇ ਸਬਜੈਕਟ ਜਿਹੜੇ ਜੋ ਮੈਂ ਪੜ੍ਹਦੀ ਸੀਗੀ ਉਹ ਤੇ ਸੀਗੇ ਹੀ, ਹਾਂਜੀ ਲੇਕਿਨ ਜਿਹੜੇ ਕੁਝ ਸਬਜੈਕਟ ਮੇਰੇ ਐਦਾਂ ਦੇ ਸੀ ਜਿਨ੍ਹਾਂ ਵਿੱਚ ਮੇਰੀ ਰੁਚੀ ਸੀਗੀ। ਅੱਛਾ ਜੀ। ਲੇਕਿਨ ਉਹ ਇੱਕ ਕਾਲਜ ਦਾ ਇੱਕ ਸੰਵਿਧਾਨ ਹੁੰਦਾ ਕਿ ਤੁਸੀਂ ਆਹੀ subject ਰੱਖਣੇ। ਹਾਂ ਇਹੀ ਰੱਖਣੇ ਹੈਗੇ ਆ ਜੀ। ਤੁਸੀਂ। ਤੇ ਉਹ ਜਿੱਦਾਂ ਹੁਣ ਫਿਲਾਸਫੀ ਸੀਗਾ ਜਾਂ ਸਾਈਕੋਲੋਜੀ ਸਬਜੈਕਟ ਸੀਗਾ ਜਾਂ ਇਹੋ ਜਿਹੇ ਇਹਦੇ ਨਾਲ ਰਿਲੇਟਡ ਸਬਜੈਕਟ ਸੀਗੇ, ਤੇ ਮੈਂ ਉਹਨਾਂ ਆਪਣੀਆਂ ਫਰੈਂਡਸ ਦੇ ਨਾਲ ਉਹਨਾਂ ਕਲਾਸਿਸ ਦੇ ਵਿੱਚ ਚਲੀ ਜਾਂਦੀ ਸੀ। ਮਤਲਬ ਉਹ ਤੁਸੀਂ ਸਬਜੈਕਟ ਰੱਖਿਓ ਨਹੀਂ ਹੁੰਦੇ ਸੀ? ਰੱਖਿਓ ਨਹੀਂ ਸੀਗੇ, ਲੇਕਿਨ ਮੈਂ ਉਹਨਾਂ ਕਲਾਸਿਸ ਦੇ ਵਿੱਚ ਚਲੀ ਜਾਂਦੀ ਸੀਗੀ। ਔਰ ਮੇਰੇ ਜਦੋਂ ਪ੍ਰੋਫੈਸਰ, ਕਿਉਂਕਿ ਉਹਨਾਂ ਸਾਈਕੋਲੋਜੀ ਦੇ ਸਟੂਡੈਂਟਸ ਬਹੁਤ ਘੱਟ ਹੁੰਦੇ ਆ, ਹਾਂਜੀ, ਤੇ ਜਾਂ ਫਿਰ ਫਿਲਾਸਫੀ ਦੇ ਸਟੂਡੈਂਟਸ ਵੀ ਕਾਫੀ ਘੱਟ ਹੁੰਦੇ ਆ ਕਾਲਜ ਦੇ ਵਿੱਚ, ਹਾਂਜੀ, ਬਾਕੀ ਸਬਜੈਕਟਸ ਦੀ ਜ਼ਿਆਦਾ ਤੁਲਨਾ ਨਾਲ। ਹੁੰਦੇ, ਹਾਂਜੀ, ਜ਼ਿਆਦਾ ਹੁੰਦੇ। ਤੇ ਉਹ ਜਦੋਂ ਕੁਝ ਦਿਨ ਮੈਂ ਜਾਂਦੀ ਰਹੀ ਤੇ ਜਿਹੜੇ ਪ੍ਰੋਫੈਸਰਸ ਸੀਗੇ ਉਹਨਾਂ ਨੇ ਮੈਨੂੰ ਰੈਕਗਨਾਈਜ਼ ਕਰ ਲਿਆ ਵੀ ਇਹ ਬੱਚਾ ਸਪੈਸ਼ਲ ਆ ਰਿਹਾ। ਹਾਂ ਸਪੈਸ਼ਲ, ਇਹ ਸਾਡੇ ਕੋਲ ਰੋਲ ਨੰਬਰ ਲਿਸਟ ਵਿੱਚ ਇਹਦਾ ਨਾਮ ਨਹੀਂ ਹੈ ਜੀ, ਲੇਕਿਨ ਇਹ ਬੱਚਾ ਆਂਦਾ ਹੈ। ਤੇ ਉਹਨਾਂ ਨੇ ਇੱਕ ਦਿਨ ਮੈਨੂੰ ਪੁਆਇੰਟ ਆਊਟ ਕੀਤਾ ਔਰ ਕਿਹਾ ਕਿ ਕੁਲਵਿੰਦਰ ਵੀ ਵਾਈ ਆਰ ਯੂ ਕਮਿੰਗ ਟੂ ਆਰ ਕਲਾਸ, ਦਿਸ ਇਜ਼ ਨਾਟ ਯੋਰ ਸਬਜੈਕਟ। ਜੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਸਰ ਮੇਰੀ ਨਾ ਐਕਚੁਅਲੀ ਰੁਚੀ ਆ ਸਬਜੈਕਟ 'ਚ। ਤੇ ਹਾਂਜੀ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅਗਰ ਤੇਰੀ ਰੁਚੀ ਹੈ ਤੇ ਫਿਰ ਤੂੰ ਆਪਣਾ ਦੂਜਾ ਸਬਜੈਕਟ ਜਿਹੜਾ ਤੂੰ ਰੱਖਿਆ ਹੋਇਆ ਉਹਨੂੰ ਕੱਟ ਕੇ ਤੂੰ ਇਹ ਰੱਖ ਲੈ। ਤੇ ਉਹ ਵੀ ਕਿਉਂਕਿ ਮੈਨੂੰ ਪਤਾ ਸੀ ਮੇਰੇ ਘਰ ਦੇ ਨਹੀਂ ਸ਼ਾਇਦ ਮੰਨਣਗੇ, ਤੇ ਇਸ ਕਰਕੇ ਜਦੋਂ ਮੈਂ ਸਰ ਨੂੰ ਕਿਹਾ ਕਿ ਸੌਰੀ ਚਲੋ ਮੈਂ ਅੱਗੇ ਤੋਂ ਨਹੀਂ ਆਵਾਂਗੀ, ਤੇ ਉਹਨਾਂ ਨੇ ਕਿਹਾ ਕਿ ਠੀਕ ਹੈ, ਓਕੇ ਯੂ ਕੈਨ ਗੋ ਨਾਓ। ਤੇ ਮੈਂ ਕਲਾਸ ਤੋਂ ਬਾਹਰ ਆ ਗਈ ਜੀ। ਤੇ ਅਗਲੇ ਦਿਨ ਜਦੋਂ ਪੜ੍ਹਾਉਣ ਲੱਗੇ ਮੈਂ ਫਿਰ ਕਲਾਸ 'ਚ ਬੈਠੀ ਸੀ। ਅੱਛਾ। ਤੇ ਫਿਰ ਉਹਨਾਂ ਨੇ ਮੇਰੇ ਨਾਲ ਕੁਝ ਗੱਲਾਂ ਕੀਤੀਆਂ ਔਰ ਉਹਨਾਂ ਨੂੰ ਇਹ ਲੱਗਾ ਕਿ ਵਾਕਈ ਇਹਦਾ ਇੰਟਰਸਟ ਹੈਗਾ, ਤੇ ਉਹਨਾਂ ਨੇ ਮੈਨੂੰ ਕੁਝ ਕਿਤਾਬਾਂ ਵੀ ਸੁਜੈਸਟ ਕੀਤੀਆਂ ਜਿਹੜਾ ਕਿ ਮੈਨੂੰ ਲੱਗਦਾ ਕਿ ਹਜੇ ਤੱਕ ਵੀ ਮੈਨੂੰ ਉਹਨਾਂ ਕਿਤਾਬਾਂ ਦਾ ਗਿਆਨ ਜਿਹੜਾ ਆ ਮੈਨੂੰ ਕਾਫੀ ਹੈਲਪ ਕਰ ਰਿਹਾ ਆ। ਤੇ ਔਰ ਉਹੀ ਇੱਕ ਸਮਾਂ ਸੀਗਾ ਜਦੋਂ ਮੇਰਾ ਨਾਮ ਰੂਹਾਨੀ ਪੈ ਗਿਆ ਜੀ। ਮਤਲਬ ਤੁਹਾਡੀ ਰੂਹ ਜਿਹੜੀ ਮਨੋਵਿਗਿਆਨ ਦੇ ਵਿੱਚ ਵੀ ਸੀ ਜੀ, ਫਿਲਾਸਫੀ ਦੇ ਵਿੱਚ ਵੀ ਸੀ, ਬਾਕੀ ਸਬਜੈਕਟ ਤਾਂ ਸੀਗੀ। ਤੇ ਸੋ ਤੁਸੀਂ ਉਹ ਦੂਜੀਆਂ ਕਲਾਸਾਂ ਦੇ ਵਿੱਚ ਵੀ ਜਾ ਕੇ ਸਿੱਖਣ ਦੀ ਕੋਸ਼ਿਸ਼ ਕੀਤੀ? ਮੈਂ ਹੁਣ ਵੀ ਇੱਦਾਂ ਹੀ ਕਰਦੀ ਹਾਂ ਸਰ। ਜਦੋਂ ਹੁਣ ਸਾਡੇ ਡਿਪਾਰਟਮੈਂਟ ਦੇ ਵਿੱਚ ਬਹੁਤ ਅੱਛੇ ਜਿਹੜੇ ਹੈਗੇ ਮੁਹਿੰਮਾਂ ਚੱਲ ਰਹੀਆਂ ਆ ਜੀ, ਤੇ ਜਦੋਂ ਕਿਤੇ ਮੈਨੂੰ ਮੌਕਾ ਮਿਲੇ ਤੇ ਮੈਂ ਦੌੜ ਕੇ ਰਲ ਜਾਂਦੀ ਹਾਂ ਉਹਨਾਂ ਦੇ ਨਾਲ, ਉਹ ਚਾਹੇ ਮੇਰਾ ਉਹਦੇ ਨਾਲ ਕੋਈ ਤਾਲੁਕ ਹੋਵੇ ਚਾਹੇ ਨਾ ਹੋਵੇ। ਨਹੀਂ, ਜਿਹੜਾ ਮੇਰੇ ਖਿਆਲ ਦੇ ਮੁਤਾਬਕ ਜਿਹੜਾ ਇੱਕ ਸਾਹਿਤਕਾਰ ਆ ਨਾ ਉਹ ਸਰਬਹਿਤਕਾਰੀ ਹੁੰਦਾ ਜੀ, ਕਿਉਂਕਿ ਤੁਸੀਂ ਜਿਹੜਾ ਭਲੇ ਦਾ ਕੰਮ ਆ ਉਹਦੇ ਵਿੱਚ ਦੌੜ ਕੇ ਸ਼ਾਮਲ ਹੋਣਾ ਆ, ਕਿਉਂਕਿ ਤੁਹਾਡੀ ਜਿਹੜੀ ਸਿੱਖਿਆ ਆ, ਤੁਹਾਡਾ ਜਿਹੜਾ ਪਰਿਵਾਰਕ ਪਿਛੋਕੜ ਆ ਉਹ ਇਸ ਗੱਲ ਦੀ ਗਵਾਹੀ ਭਰਦਾ। ਤੁਸੀਂ ਸਿੱਖਿਆ ਪ੍ਰਾਪਤ ਕਰ ਲਈ ਔਰ ਉਸ ਤੋਂ ਬਾਅਦ ਅਧਿਆਪਨ ਦੇ ਕਿੱਤੇ 'ਚ ਆ ਗਏ, ਬੜਾ ਸਮਾਂ ਤੁਸੀਂ ਪ੍ਰਾਇਮਰੀ ਸਰਵਿਸ ਕੀਤੀ, ਫਿਰ ਤੁਸੀਂ ਸੈਕੰਡਰੀ ਡਿਪਾਰਟਮੈਂਟ 'ਚ ਆ ਗਏ, ਤੇ ਅੱਜ ਕੱਲ੍ਹ ਤੁਸੀਂ ਇੰਗਲਿਸ਼ ਦੇ ਅਧਿਆਪਕ ਆ। ਇੰਗਲਿਸ਼ ਦੀ ਅਧਿਆਪਕਾਂ ਲਈ ਪੰਜਾਬੀ 'ਚ ਲਿਖਣਾ ਹੋਰ ਵੀ ਮਾਣ ਵਾਲੀ ਗੱਲ ਹੈ, ਤੇ ਤੁਸੀਂ ਇੰਗਲਿਸ਼ ਵੀ ਕੰਮ ਕਰਦੇ ਆ। ਚਲੋ ਪੜ੍ਹਾਉਣ ਦਾ ਉਹ ਪੜ੍ਹਨ ਪੜ੍ਹਾਉਣ ਦੀਆਂ ਗੱਲਾਂ ਹੈਗੀਆਂ। ਜਿਹੜੀ ਸਾਹਿਤ ਸਿਰਜਣਾ ਤੁਹਾਡੀ ਉਹਦੇ ਵਿੱਚ ਅੱਜ ਤੱਕ ਤੁਸੀਂ ਕਿੰਨਾ ਕੁ ਯੋਗਦਾਨ ਪਾ ਚੁੱਕੇ ਆ? ਜਿਹੜੀ ਸਾਹਿਤ ਦੀ ਸਿਰਜਣਾ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਅਧਿਆਪਕ ਸਿਰਫ ਲਿਖ ਕੇ ਯੋਗਦਾਨ ਨਹੀਂ ਪਾ ਸਕਦਾ ਕਿ ਉਹਨੇ 4 ਕਿਤਾਬਾਂ ਜਾਂ 5 ਕਿਤਾਬਾਂ ਜਾਂ 10 ਕਿਤਾਬਾਂ ਲਿਖ ਲਈਆਂ ਔਰ ਉਹ ਬੱਚਿਆਂ ਦੀਆਂ ਝੋਲੀਆਂ ਦੇ ਵਿੱਚ ਜਾਂ ਆਪਣੇ ਪਾਠਕਾਂ ਦੀਆਂ ਝੋਲੀਆਂ ਵਿੱਚ ਪਾਤੀਆਂ, ਤੇ ਅਧਿਆਪਕ ਸਿਰਫ ਇੰਨਾ ਕਰਮ ਕਰਕੇ ਹੀ ਸਾਹਿਤਕਾਰ ਨਹੀਂ ਕਹਾ ਸਕਦਾ ਜੀ। ਅਧਿਆਪਕ ਜਿਹੜਾ ਆ ਉਹ ਜਦ ਤੱਕ ਆਪਣੇ ਜਿਹੜੇ ਉਹਦੇ ਆਪਣੇ ਵਿਦਿਆਰਥੀ ਨੇ, ਉਹਦੇ ਸਟੂਡੈਂਟਸ ਨੇ, ਅਗਰ ਉਹ ਉਹਨਾਂ ਸਟੂਡੈਂਟਸ ਦੇ ਵਿੱਚ ਕਿਸੇ ਉਹਨਾਂ ਦੀ ਰੁਚੀਆਂ ਦੇ ਮੁਤਾਬਿਕ ਉਹਨਾਂ ਵਿੱਚੋਂ ਕੋਈ ਸਾਹਿਤਕਾਰ ਲੱਭ ਕੇ ਉਹਨੂੰ ਉਭਾਰਨ ਦੀ ਕੋਸ਼ਿਸ਼ ਨਹੀਂ ਕਰਦਾ, ਤੇ ਮੈਨੂੰ ਲੱਗਦਾ ਕਿ ਇੱਕ ਅਧਿਆਪਕ ਦਾ ਸਾਰਥਕ ਸਾਹਿਤਕਾਰ ਹੋਣਾ ਨਿਰਾਰਥਕ ਆ ਉਦੋਂ ਤੱਕ ਜੇ ਉਹ ਸਿਰਫ ਆਪਣੇ ਲਈ ਹੀ ਕੰਮ ਕਰਦਾ ਆ। ਸੋ ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ ਆ ਕਿ ਮੈਂ ਇੱਕ ਅਧਿਆਪਕ ਹੋਣ ਦੇ ਨਾਤੇ ਜਿੱਥੇ ਬੱਚਿਆਂ ਦੀ ਪੜ੍ਹਾਈ ਦੇ ਨਾਲ ਜੁੜੀ ਹੋਈ ਆ, ਉੱਥੇ ਮੈਂ ਖੁਦ ਕਿਤਾਬਾਂ ਵੀ ਲਿਖੀਆਂ ਆ ਔਰ ਮੈਂ ਅਖਬਾਰਾਂ ਦੇ ਵਿੱਚ, ਰਸਾਲਿਆਂ ਦੇ ਵਿੱਚ ਵੀ ਪਬਲਿਸ਼ ਹੋਈ ਆ। ਇਹਦੇ ਨਾਲ ਸਿਰਫ ਮੈਂ ਇੱਕ ਲੇਖਣੀ ਦੇ ਨਾਲ ਹੀ ਨਹੀਂ ਜੁੜੀ ਹੋਈ, ਮੈਂ ਚਿੱਤਰਕਾਰੀ ਦੇ ਨਾਲ ਵੀ ਜੁੜੀ ਹੋਈ ਆ। ਮੈਂ ਬਹੁਤ ਸਾਰੀਆਂ ਕਿਤਾਬਾਂ ਤੁਹਾਡੀ ਆਪਣੀ ਜਿਹੜੀ ਨਿੱਕੀਆਂ ਕਰੂਮਲਾਂ ਮੈਗਜ਼ੀਨ ਹੈ ਉਹਦੇ ਵਿੱਚ ਮੈਂ ਲਗਾਤਾਰ, ਤੁਹਾਨੂੰ ਪਤਾ 2007 ਤੋਂ ਹੁਣ ਤੱਕ ਕੰਮ ਕਰ ਰਹੀ ਹੈਗੀ ਹਾਂ, ਔਰ ਇਹਦੇ ਨਾਲ ਬਹੁਤ ਸਾਰੇ ਪੰਜਾਬ ਦੇ ਜਿਹੜੇ ਬਾਲ ਸਾਹਿਤਕਾਰ ਜਿਨ੍ਹਾਂ ਨੂੰ ਜਿਹੜੇ ਅਵਾਰਡ ਜੇਤੂ ਬਾਲ ਸਾਹਿਤਕਾਰ ਵੀ ਹੈਗੇ ਨੇ ਉਹਨਾਂ ਦੇ ਨਾਲ ਵੀ
ਕੰਮ ਕੀਤਾ ਹੋਇਆ ਜਿਵੇਂ ਕਿ ਤੁਸੀਂ ਹੋ। ਤੁਹਾਡੇ ਨਾਲ ਵੀ ਤੁਹਾਨੂੰ ਇਸ ਗੱਲ ਦੀਆਂ ਵਾਕਈ ਬਹੁਤ ਮੁਬਾਰਕਾਂ ਕਿ ਤੁਸੀਂ ਸ਼੍ਰੋਮਣੀ ਬਾਲ ਸਾਹਿਤਕਾਰ ਅਵਾਰਡ ਜੇਤੂ ਹੋਏ ਹੋ, ਔਰ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਇਹ ਸਾਨੂੰ ਮਾਣ ਆ ਕਿ ਤੁਹਾਡੇ ਵਰਗੀਆਂ ਸ਼ਖਸੀਅਤਾਂ ਸਾਡੇ ਨਾਲ ਜੁੜੀਆਂ ਆ, ਮੈਗਜ਼ੀਨ ਨਾਲ ਜੁੜੀਆਂ ਆ, ਅਤੇ ਤੁਸੀਂ ਦਿਨ ਰਾਤ ਨਿਰੰਤਰ ਇੱਕ ਵਹਿਣ ਵਾਂਗ ਵਗ ਰਹੇ ਹੋ ਅਤੇ ਵਗਦੇ ਪਾਣੀ ਨਿਰਮਲ ਹੁੰਦੇ ਆ। ਤੁਸੀਂ ਜਿੱਦਾਂ 2007 ਦੀ ਗੱਲ ਕੀਤੀ ਹੈ, 7 ਤੋਂ ਮੈਂ ਨਿੱਕੀਆਂ ਕਰੂੰਬਲਾਂ 'ਚ ਚਿੱਤਰਕਾਰੀ ਕਰ ਰਹੀ ਹਾਂ। ਕੋਈ ਅੰਦਾਜ਼ਾ ਹੈ ਵੀ ਅੱਜ ਤੱਕ ਕਿੰਨੀਆਂ ਕਿਤਾਬਾਂ ਦੀ ਚਿੱਤਰਕਾਰੀ ਕਰ ਲਈ? ਪਹਿਲਾਂ ਤਾਂ ਇੱਦਾਂ ਸੀ ਮਾਨ ਸਾਹਿਬ, ਮੈਂ ਅੰਦਾਜ਼ਾ ਰੱਖਦੀ ਸੀ ਜੀ ਕਿ ਮੈਂ ਇੱਕ ਮਹੀਨੇ ਦੇ ਵਿੱਚ ਜਾਂ ਇੱਕ ਸਾਲ ਦੇ ਵਿੱਚ ਇੰਨੇ ਚਿੱਤਰ ਬਣਾ ਲਏ ਅਤੇ ਇੰਨੇ ਕੁ ਪਾਠਕਾਂ ਦੇ ਨਾਲ ਜਾਂ ਇੰਨੇ ਕੁ ਮੈਂ ਆਪਣੇ ਬਾਲ ਸਾਹਿਤਕਾਰਾਂ ਦੇ ਨਾਲ ਕੰਮ ਕੀਤਾ। ਪਰ ਫਿਰ ਉਹ ਹਿਸਾਬ ਕਿਤਾਬ ਕੁਛ ਇੰਨਾ ਕੁ ਵੱਧ ਗਿਆ ਅਤੇ ਮੈਂ ਹਿਸਾਬ ਕਿਤਾਬ ਰੱਖਣਾ ਬੰਦ ਕਰ ਦਿੱਤਾ। ਹਾਂ ਨਹੀਂ, ਦੇਖੋ ਪਤਾ ਕੀ ਹੁੰਦਾ, ਜਦੋਂ ਥੋੜ੍ਹਾ ਕੰਮ ਹੋਵੇ ਨਾ ਫਿਰ ਉਹ ਗਿਣਤੀ 'ਚ ਆ ਜਾਂਦਾ ਆ। ਹੁਣ ਤਾਂ ਅਮੁੱਲਾ ਆ ਤੇ ਇਹ ਜੀ ਇੱਕ ਵਾਰੀ ਜਦੋਂ ਆਪਣੇ ਦੁਆਬਾ ਸਾਹਿਤ ਸਭਾ ਗੜਸ਼ੰਕਰ ਦੀ ਸਮਾਗਮ ਹੋਇਆ ਸੀਗਾ ਤੇ ਉਹਦੇ ਵਿੱਚ ਉਹਨਾਂ ਨੇ ਮੈਨੂੰ ਵੀ ਬਾਲ ਸਾਹਿਤਕਾਰ ਦਾ ਅਵਾਰਡ ਦਿੱਤਾ ਸੀਗਾ ਤੇ ਸਾਡੇ ਉਸਤਾਦ ਗਜ਼ਲ ਗੋ ਜਿਹੜੇ ਗੁਰਦਿਆਲ ਰੋਸ਼ਨ ਜੀ ਸਾਹਿਬ ਵੀ ਉੱਥੇ ਸੀ, ਮੈਡਮ ਅਮਰ ਜੀ ਵੀ ਉੱਥੇ ਸੀਗੇ, ਉਹਨਾਂ ਨੂੰ ਵੀ ਮੇਰੇ ਨਾਲ ਹੀ ਅਵਾਰਡ ਮਿਲਿਆ ਆਪਣੀ ਕਲਾ ਦੇ ਖੇਤਰ ਦੇ ਵਿੱਚ। ਤੇ ਜਦੋਂ ਉੱਥੇ ਮਤਲਬ ਸਾਡੇ ਅਵਤਾਰ ਸੰਧੂ ਹੁਣੇ ਉਹ ਵੀ ਅਵਾਰਡ ਜੇਤੂ ਹੈਗੇ ਨੇ, ਉਹਨਾਂ ਨੇ ਜਦੋਂ ਮੇਰਾ ਤਾਰੁਫ ਕਰਵਾਇਆ ਸੀਗਾ ਸਭਾ ਦੇ ਨਾਲ ਤੇ ਉਹਨਾਂ ਨੇ ਪਤਾ ਨਹੀਂ ਕਿਵੇਂ ਕਿਸੇ ਹਿਸਾਬ ਨਾਲ ਗਿਣਤੀ ਰੱਖੀ ਹੋਈ ਸੀ ਤੇ ਉਹਨਾਂ ਨੇ ਹਜ਼ਾਰਾਂ 'ਚ ਤਕਰੀਬਨ 7-8 ਹਜ਼ਾਰ ਉਸ ਵੇਲੇ ਉਹ ਕਹਿ ਰਹੇ ਸੀ ਇਹਨਾਂ ਨੇ ਚਿੱਤਰ ਬਣਾ ਕੇ ਜਿਹੜੇ ਹੈਗੇ ਆ ਉਹਨਾਂ ਨੇ ਉਹਨਾਂ ਦੀ ਗਿਣਤੀ ਦੇ ਜ਼ਰੀਏ ਮੈਂ ਥੋੜ੍ਹਾ ਬਹੁਤਾ ਦੱਸ ਸਕਦੀ ਕਿ ਇੰਨੇ ਕੁ ਹੋਣਗੇ ਤੇ ਅਦਰਵਾਈਜ਼ ਮੈਂ ਆਪਣੇ ਆਪ ਕੋਈ ਵੀ ਇਹੋ ਜਿਹੀ ਗਿਣਤੀ ਨਹੀਂ ਕੀਤੀ। ਮੈਨੂੰ ਪਤਾ ਜਦੋਂ ਵੀ ਤੁਹਾਡੇ ਚਿੱਤਰ ਛਪਦੇ ਨੇ ਕਿਤੇ ਵੀ ਅਖਬਾਰ ਛਪੇ ਜਾਂ ਸਾਡੇ ਨਿੱਕੀਆਂ ਕਰੂੰਬਲਾਂ ਮੈਗਜ਼ੀਨ ਛਪੇ ਤੇ ਉਹਦਾ ਹੁੰਗਾਰਾ ਬਹੁਤ ਮਿਲਦਾ ਜੀ। ਤੁਸੀਂ ਜਦੋਂ ਚਿੱਤਰ ਦੀ ਸਿਰਜਣਾ ਕਰਦੇ ਆ, ਚਿੱਤਰਕਾਰੀ ਕਰਦੇ ਆ, ਉਸ ਲਈ ਤੁਹਾਡੇ ਮਨ 'ਚ ਬੱਚਾ ਕਿੱਥੇ ਹੁੰਦਾ? ਸਰ ਇਹ ਤੁਸੀਂ ਬਹੁਤ ਹੀ ਵਧੀਆ ਸਵਾਲ ਮੈਨੂੰ ਪੁੱਛਿਆ ਜੀ। ਉਹ ਇਸ ਕਰਕੇ ਕਿਉਂਕਿ ਇਹ ਸਵਾਲ ਦਾ ਜਵਾਬ ਮੈਂ ਮਤਲਬ ਆਪਣੇ ਮਨ ਤੋਂ ਬੜੇ ਚਿਰਾਂ ਦੀ ਦੇਣਾ ਚਾਹੁੰਦੀ ਹਾਂ ਜੀ। ਹੋਇਆ ਕਿ ਜਦੋਂ ਮੈਂ ਛੋਟੀ ਸੀ, ਬਹੁਤ ਬਚਪਨਾ ਸੀਗਾ ਮੇਰੇ ਅੰਦਰ, ਤੇ ਜਦੋਂ ਮੈਂ ਆਪਣੀਆਂ ਕਿਤਾਬਾਂ ਖੋਲ੍ਹ ਕੇ ਦੇਖਦੀ ਸੀ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਪੜ੍ਹਦੀ ਨਹੀਂ ਸੀ, ਮੈਂ ਸਿਰਫ ਚਿੱਤਰ ਦੇਖਦੀ ਸੀਗੀ ਔਰ ਉਹਨਾਂ ਚਿੱਤਰਾਂ ਦੇ ਜ਼ਰੀਏ ਮੈਨੂੰ ਕਹਾਣੀ ਦਾ ਪਤਾ ਲੱਗ ਜਾਂਦਾ ਸੀ। ਕਹਾਣੀ ਮੈਂ ਬਹੁਤ ਚਿਰਾਂ ਪਿੱਛੋਂ ਪੜ੍ਹਦੀ ਸੀਗੀ, ਪਹਿਲਾਂ ਮੈਂ ਚਿੱਤਰਾਂ ਨੂੰ ਨਿਹਾਰਦੀ ਸੀ ਤੇ ਹੁੰਦਾ ਕੀ ਸੀਗਾ ਕਿ ਜਦੋਂ ਮੇਰੀ ਕਿਤਾਬ ਦੇ ਵਿੱਚ ਜਦੋਂ ਮੈਨੂੰ ਲੱਗਦਾ ਸੀਗਾ ਕਿ ਉਹ ਚਿੱਤਰ ਢੁਕਵਾਂ ਨਹੀਂ ਹੈਗਾ ਤੇ ਮੈਂ ਉਸੇ ਚਿੱਤਰ ਨੂੰ ਮੋਡੀਫਾਈ ਕਰ ਦਿੰਦੀ ਸੀ ਕਿਤਾਬ 'ਚ। ਅੱਛਾ, ਜਿਹੜੀ ਵੀ ਤੁਸੀਂ ਕਿਤਾਬ ਪੜ੍ਹਨੀ ਉਹ ਚਿੱਤਰ ਤੇ ਦੇਖਣਾ ਵੀ ਇਹ ਇਹਦੇ ਨਾਲ ਢੁਕਦਾ ਨਹੀਂ, ਇਹ ਢੁਕਦਾ ਨਹੀਂ ਆ ਨਾ, ਤੇ ਉਹਨੂੰ ਆਪਣੇ ਹਿਸਾਬ ਨਾਲ ਬਣਾਉਣਾ, ਆਪਣੇ ਹਿਸਾਬ ਦੇ ਨਾਲ ਉਹਦੇ ਵਿੱਚ ਹੀ ਮੋਡੀਫਿਕੇਸ਼ਨ ਕਰ ਦੇਣੀ ਜਾਂ ਉਹਦੇ ਨਾਲ ਇੱਕ ਹੋਰ ਚਿੱਤਰ ਬਣਾ ਲੈਣਾ। ਤੇ ਮੇਰੀ ਕਿਤਾਬਾਂ ਦੇ ਵਿੱਚ ਜਿਹੜਾ ਨਹੀਂ, ਇਹ ਫਿਰ ਤੁਹਾਡੀ ਚਿੱਤਰਕਾਰੀ ਦੀ ਸ਼ੁਰੂਆਤ ਵੀ ਇਹੀ ਆ? ਇਹੀ ਸ਼ੁਰੂਆਤ ਹੈ। ਮਤਲਬ ਤੁਸੀਂ ਕਿਤਾਬਾਂ ਸੋਧਣ ਲੱਗ ਪਏ ਜੀ, ਇਸ ਤਰ੍ਹਾਂ ਹੋਇਆ ਤੇ ਉਹ ਫਿਰ ਜਦੋਂ ਇਹ ਸਿਲਸਿਲਾ ਚੱਲਦਾ ਰਿਹਾ ਤੇ ਜਦੋਂ ਐਕਚੁਅਲ ਮੈਨੂੰ ਵੱਡੀ ਹੋ ਕੇ ਕੰਮ ਮਿਲਿਆ ਕਿ ਮੈਂ ਕਿਤਾਬਾਂ ਦੇ ਵਿੱਚ ਚਿੱਤਰਕਾਰੀ ਕਰ ਸਕਾਂ ਤੇ ਮੇਰੇ ਮਨ ਦੇ ਅੰਦਰ ਉਹੀ ਬੱਚਾ ਜਾਗਿਆ, ਬਲਬਲਾ ਸੀ, ਉਹੀ ਛੁਪਿਆ ਜਿਹੜਾ ਬਲਬਲਾ ਸੀ ਉਹ ਪ੍ਰਗਟ ਹੋਇਆ, ਉਹੀ ਬੱਚਾ ਜਾਗਿਆ। ਤੇ ਮੇਰੀ ਇਹ ਮਤਲਬ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਮੈਂ ਚਿੱਤਰ ਬਣਾ ਲੈਂਦੀ ਹਾਂ ਆਪਣਾ ਤੇ ਉਹ ਚਿੱਤਰ ਬਣਾ ਕੇ ਮੈਂ ਆਪਣੇ ਬੱਚਿਆਂ ਦੇ ਸਾਹਮਣੇ ਕਰ ਦਿੰਦੀ ਹਾਂ, ਸਕੂਲ ਦੇ ਵਿੱਚ ਅਗਰ ਹੋਣ ਤਾਂ ਜਾਂ ਫਿਰ ਘਰ ਦੇ ਵਿੱਚ ਕਿਤੇ ਵੀ ਬੱਚੇ ਮੈਨੂੰ ਮਿਲਣ ਤੇ ਮੈਂ ਉਹਨਾਂ ਨੂੰ ਪੁੱਛਦੀ ਹਾਂ ਕਿ ਇਹ ਚਿੱਤਰ ਦੇਖ ਕੇ ਦੱਸੋ ਵੀ ਕਹਾਣੀ ਕੀ ਹੈ ਤੇ ਉਹ ਅਗਰ ਉਹ ਕਹਾਣੀ ਉਹ ਸਹੀ ਦੱਸ ਦੇਣ ਤੇ ਫਿਰ ਉਹ ਸਫਲ ਪਾਸ ਆ ਜੀ। ਬਹੁਤ ਵਧੀਆ। ਦੇਖੋ ਮਨੁੱਖ 'ਚੋਂ ਬਚਪਨਾ ਨਹੀਂ ਗੁਆਚਣਾ ਚਾਹੀਦਾ ਜੇ ਅੱਜ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ ਨੇ ਉਹਦਾ ਕਾਰਨ ਕੀ ਹੈ ਵੀ ਅਸੀਂ ਆਪਣੇ ਬਚਪਨ ਨੂੰ ਆਪਣੀ ਇਨੋਸੈਂਸ ਹੀ ਖਤਮ ਕਰ ਲਈ। ਹਾਂ, ਉਹ ਨਿਰਛਲ ਹੁੰਦਾ, ਨਿਰਵੈਰ ਹੁੰਦਾ, ਨਿਰਵਿਰੋਧ ਹੁੰਦਾ, ਕਿਉਂਕਿ ਇਹੀ ਗੱਲਾਂ ਅਸੀਂ ਭੁਲਾ ਕੇ ਇਹਦੇ ਉਲਟ ਚੱਲ ਪਏ ਆ ਜੀ। ਸੋ ਤੁਸੀਂ ਇਹ ਤਾਂ ਗੱਲ ਚਿੱਤਰਕਾਰੀ ਦੀ ਕੀਤੀ ਆ, ਕਹਾਣੀ ਖੇਤਰ 'ਚ ਤੁਸੀਂ ਬੜਾ ਕੰਮ ਕੀਤਾ, ਲੇਖ ਬੜੇ ਤੁਸੀਂ ਕਮਾਲ ਦੇ ਲਿਖੇ ਆ ਜਿਹੜੇ ਬਹੁਤ ਦੁਨੀਆ ਦੀਆਂ ਅਖਬਾਰਾਂ ਰਸਾਲਿਆਂ 'ਚ ਛਪੇ ਨੇ ਅਤੇ ਬੜੀ ਉਹਨਾਂ ਦੀ ਚਰਚਾ ਹੋਈ ਆ। ਤੁਸੀਂ ਇੱਕ ਇਸਤਰੀ ਹੋਣ ਦੇ ਨਾਤੇ ਜਿਹੜੀਆਂ ਸਾਡੀਆਂ ਭੈਣਾਂ ਇਹ ਪ੍ਰੋਗਰਾਮ ਸਾਡਾ ਦੇਖ ਰਹੀਆਂ ਨੇ ਉਹਨਾਂ ਦੇ ਬਾਰੇ 'ਚ ਜਾਂ ਉਹਨਾਂ ਲਈ ਕਿਹੋ ਜਿਹੀ ਪ੍ਰੇਰਨਾ ਦਿੰਦੇ ਆ? ਮੈਂ ਮਾਨ ਸਾਹਿਬ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਅੱਜ ਜਿਹੜਾ ਸਮਾਂ ਹੈਗਾ ਆ ਜੀ ਉਹਦੇ ਵਿੱਚ ਅਗਰ ਅਸੀਂ ਇਹ ਕਹਿ ਦਈਏ ਕਿ ਇਸਤਰੀ ਬੜੀ ਮਾੜੀ ਹਾਲਤ ਵਿੱਚ ਆ ਤਾਂ ਇਹ ਵੀ ਗੱਲ ਸਹੀ ਨਹੀਂ ਆ ਜੀ, ਕਿਉਂਕਿ ਹਰ ਵੇਲੇ ਰੋਂਦੇ ਰਹਿਣਾ ਮੇਰੀ ਆਦਤ ਨਹੀਂ ਔਰ ਅਗਰ ਕੋਈ ਰੋਂਦਾ ਹੋਵੇ ਤੇ ਮੈਂ ਚਾਹੁੰਦੀ ਹਾਂ ਉਹ ਵੀ ਹੱਸੇ।
ਤੇ ਸਾਡੇ ਖੈਰ ਇਸਤਰੀਆਂ ਦੇ ਮੁੰਡਿਆਂ ਦੇ ਉੱਤੇ ਬਹੁਤ ਜ਼ਿੰਮੇਵਾਰੀਆਂ ਨੇ। ਜੀ ਪਹਿਲਾਂ ਇਸਤਰੀ ਘਰ ਤੱਕ ਸੀਮਤ ਸੀ, ਉਦੋਂ ਵੀ ਉਹ ਰੋਂਦੀ ਸੀ ਕਿਉਂਕਿ ਉਹ 'ਤੇ ਜ਼ੁਲਮ ਹੁੰਦੇ ਸੀ। ਜੀ ਅੱਜ ਜ਼ੁਲਮ ਦੇ ਦਾਇਰੇ ਤੋਂ ਬਾਹਰ ਆ ਕੇ, ਹਾਂਜੀ ਕਿਉਂਕਿ ਕਾਨੂੰਨ ਜਿਹੜੇ ਆ ਉਹ ਇਸਤਰੀ ਦੀ ਰੱਖਿਆ ਕਰਦੇ ਆ। ਜੀ ਬਹੁਤ ਥੋੜ੍ਹੀ ਮਾਤਰਾ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਵੀ ਆ ਵੀ ਜਿੱਥੇ ਇਸਤਰੀ ਦੇ ਉੱਤੇ ਜ਼ੁਲਮ ਹੁੰਦਾ ਆ ਜਾਂ ਇਸਤਰੀ ਨੂੰ ਇੱਕ ਘੇਰੇ ਦੇ ਵਿੱਚ ਰਹਿਣ ਦੇ ਲਈ ਮਜਬੂਰ ਕੀਤਾ ਜਾਂਦਾ ਆ। ਹਾਂਜੀ ਪਰ ਹੌਲੀ ਹੌਲੀ ਹਾਲਾਤ ਜਿਹੜੇ ਆ ਕਾਫੀ ਬਦਲ ਚੁੱਕੇ ਸਾਡੇ ਦੇਸ਼ ਦੇ ਵਿੱਚ। ਜੀ ਤੇ ਉਸ ਇੱਕ ਮਾੜੀ ਜਿਹੜੀ ਸਾਡੀ ਸਾਈਡ ਆ, ਉਸ ਸਾਈਡ ਤੋਂ ਜਿਹੜੇ ਦੂਜੇ ਪਾਸੇ ਇਸਤਰੀਆਂ ਆ ਚੁੱਕੀਆਂ ਆ, ਜੀ ਉਹਨਾਂ ਨੂੰ ਮੈਂ ਇਹੀ ਕਹਾਂਗੀ ਕਿ ਆਪਣਾ ਜਿਹੜਾ ਘਰ ਦਾ ਕੰਮ, ਬਾਹਰਲਾ ਕੰਮ, ਅਗਰ ਉਹ ਪ੍ਰੋਫੈਸ਼ਨ ਦੇ ਵਿੱਚ ਨੇ ਤੇ ਪ੍ਰੋਫੈਸ਼ਨ ਦਾ ਕੰਮ, ਅਗਰ ਉਹ ਕਿਸੇ ਟੈਲੈਂਟ ਦੇ ਜ਼ਰੀਏ ਦੁਨੀਆ ਦੇ ਸਾਹਮਣੇ ਆ ਰਹੇ ਨੇ ਤੇ ਉਸ ਟੈਲੈਂਟ ਦੇ ਕੰਮ ਦੇ ਵਿੱਚ ਇੱਕ ਬੈਲੈਂਸ ਹੋਣਾ ਚਾਹੀਦਾ ਆ। ਜੀ ਦੂਜੇ ਨੰਬਰ ਦੇ ਉੱਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਸਾਡੀ ਨਕਾਰਾਤਮਕ ਸੋਚ ਆ, ਨੈਗੇਟਿਵ ਸੋਚ ਆ ਜਿਹੜੀ, ਹਾਂਜੀ ਉਸ ਸੋਚ ਨੂੰ ਜਿੱਦਾਂ ਹੀ ਉਹ ਉੱਭਰਦੀ ਆ ਉਸੇ ਵੇਲੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਪੱਖ ਤੋਂ ਉੱਪਰਦੀ ਹੋਵੇ। ਬਿਲਕੁਲ ਸਹੀ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ ਆ। ਜੀ ਅਗਰ ਤੁਸੀਂ ਪੋਜ਼ਿਟਿਵ ਨਹੀਂ ਰਹੋਗੇ ਤਾਂ ਤੁਸੀਂ ਉਹ ਜਿਹੜੀ, ਅਗਰ ਤੁਹਾਡੇ ਅੰਦਰ ਨੈਗੇਟਿਵਿਟੀ ਹੈਗੀ ਆ ਤਾਂ ਉਹ ਨੈਗੇਟਿਵਿਟੀ ਤੁਹਾਡੇ ਕੰਮਾਂ 'ਚ ਵੀ ਨਜ਼ਰ ਆਏਗੀ। ਜੋ ਕੁਝ ਤੁਹਾਡਾ ਰਿਜ਼ਲਟ ਕੰਮਾਂ ਦਾ ਹੋਏਗਾ ਉਹਨਾਂ 'ਚ ਵੀ ਨਜ਼ਰ ਆਏਗੀ, ਤੁਹਾਡੇ ਆਲੇ ਦੁਆਲੇ 'ਚ ਵੀ ਨਜ਼ਰ ਆਏਗੀ। ਤੇ ਬੈਟਰ ਇਹ ਆ ਕਿ ਆਪਣੀ ਹਰ ਚੀਜ਼ ਨੂੰ ਪੋਜ਼ਿਟਿਵ ਕਰਦੇ ਹੋਏ ਤੁਸੀਂ ਅੱਗੇ ਵਧੋ। ਤੇ ਮੰਜ਼ਿਲਾਂ ਬਹੁਤ ਹੈਗੀਆਂ ਨੇ ਔਰ ਰਾਸਤੇ ਬੜੇ ਖੂਬਸੂਰਤ ਹੈਗੇ ਨੇ। ਹਰੇਕ ਰਾਸਤੇ ਨੂੰ ਮਾਣ ਕੇ ਅੱਗੇ ਚਲੋ। ਜੀ ਜਿਹੜੀ ਵੀ ਮੰਜ਼ਿਲ ਆਉਂਦੀ ਆ ਉੱਥੇ ਰੁਕ ਕੇ ਇਹ ਨਾ ਕਹੋ ਕਿ ਮੈਂ ਹਾਸਲ ਕਰ ਲਿਆ, ਜੀ ਉੱਥੇ ਇਹ ਕਹੋ ਕਿ ਰਾਸਤਾ ਬਾਕੀ ਹੈ। ਰਸਤਾ ਅਜੇ ਬਾਕੀ ਹੈ। ਤੁਸੀਂ ਬਹੁਤ ਕਮਾਲ ਦੀ ਗੱਲ ਦੱਸੀ ਹੈ, ਇੱਛਾ ਸ਼ਕਤੀ। ਜੀ ਔਰਤ ਅੰਦਰ ਇੱਛਾ ਸ਼ਕਤੀ ਹੋਣੀ ਬਹੁਤ ਲਾਜ਼ਮੀ ਜ਼ਰੂਰੀ ਹੈ। ਆ। ਦੂਜੇ ਨੰਬਰ ਤੇ ਜਿਹੜੀ ਨਕਾਰਾਤਮਕ ਸੋਚ ਆ ਉਹ ਪੈਦਾ ਹੀ ਨਹੀਂ ਹੋਣੀ ਚਾਹੀਦੀ, ਜੀ ਤਾਂ ਅਸੀਂ ਕਾਮਯਾਬ ਹੋ ਸਕਦੇ ਇੱਕ ਵਾਰ ਮੈਂ ਇੱਕ ਲੇਖ ਲਿਖਿਆ ਸੀਗਾ ਮਾਨ ਸਾਹਿਬ, ਕਿਉਂਕਿ ਮੈਂ ਬੱਚਿਆਂ ਦੇ ਸਾਹਿਤ ਨਾਲ ਤਾਂ ਜੁੜੀ ਹੀ ਹੋਈ ਜੀ, ਹਾਂ। ਜੀ। ਮੈਂ ਸਮਾਜ ਦੇ ਵਿੱਚ ਇੱਕ ਜਿਹੜੀ ਮਾਨਸਿਕਤਾ, ਸਮਾਜਿਕ ਮਾਨਸਿਕਤਾ ਕਿਉਂਕਿ ਪਸਰੀ ਤੁਸੀਂ ਹੋਈ ਸਾਈਕੋਲੋਜੀ ਆ ਨੂੰ ਪੜ੍ਹਿਆ, ਸੁਣਿਆ, ਇਹਨੂੰ ਵਿਚਾਰਦੇ ਆ। ਜੀ, ਉਸ ਦੇ ਨਾਲ ਵੀ ਜੁੜੀ ਹੋਈ ਆ। ਤੇ ਉਸ ਲੇਖ ਦੇ ਵਿੱਚ ਮੈਂ ਇਹ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਔਰਤ ਜਿਹੜੀ ਆ ਉਹ ਸਮਾਂ ਬਦਲ ਸਕਦੀ ਆ। ਵਾਹ ਕਿਉਂ? ਇਸ ਕਰਕੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਅਗਰ ਅਸੀਂ ਇਹ ਗੱਲ ਕਹੀਏ ਹਾਂਜੀ ਕਿ ਅੱਜ ਜਿਹੜੀ ਔਰਤ ਆ ਉਹ ਆਦਮੀ ਦੇ ਜ਼ੁਲਮ ਦੀ ਗੁਲਾਮ ਹੈਗੀ ਆ, ਤਾਂ ਇਹ ਗੱਲ ਵੀ ਅੱਧੀ ਸੱਚ ਆ। ਜੀ ਕਿਉਂਕਿ ਔਰਤ ਜਿਸ ਘਰ ਦੇ ਵਿੱਚ ਰਹਿੰਦੀ ਆ, ਔਰਤਾਂ ਦੇ ਨਾਲ ਹੀ ਰਹਿੰਦੀ ਹੈ ਬਿਲਕੁਲ। ਔਰ ਚਾਹੇ ਉਹ ਉਹਦੀ ਸੱਸ ਆ, ਚਾਹੇ ਨਨਾਣ ਆ, ਚਾਹੇ ਉਹਦੀ ਭਰਜਾਈ ਆ, ਉਹ ਆਪਸ ਦੇ ਵਿੱਚ ਹੀ ਇੱਕ ਦੂਜੇ ਦੇ ਉੱਤੇ ਜਿਹੜਾ ਹੈਗਾ ਆ ਨਕਾਰਾਤਮਕ ਸੋਚ ਦੇ ਜ਼ਰੀਏ ਇੱਕ ਮਾਹੌਲ ਨੂੰ ਖਰਾਬ ਕਰ ਲੈਂਦੀਆਂ ਨੇ। ਜੇ ਉਹੀ ਉਹ ਮਿਲਵਰਤਨ ਦੇ ਨਾਲ ਰਹਿਣ, ਇੱਕ ਪੋਜ਼ਿਟਿਵ ਸੋਚ ਦੇ ਨਾਲ ਅੱਗੇ ਵਧਣ, ਤੇ ਮੈਨੂੰ ਲੱਗਦਾ ਸਾਡਾ ਸਮਾਜ ਬਹੁਤ ਦੁਨੀਆ ਦੇ ਵਿੱਚ ਸਾਰੇ ਸਭ ਸਮਾਜਾਂ ਨੂੰ ਛੱਡ ਕੇ ਬਹੁਤ ਅੱਗੇ ਤੱਕ ਜਾ ਸਕਦਾ ਹੈ। ਕਹਿਣ ਦਾ ਭਾਵ ਤੁਹਾਡਾ ਇਹ ਹੈ ਕਿ ਸਾਡੀ ਸੋਚ ਕਰਕੇ ਸਾਰਾ ਕੁਝ ਵਾਪਰ ਰਿਹਾ। ਜੀ ਸੋਚ ਨੂੰ ਅਸੀਂ ਬਦਲਣਾ ਨਕਾਰਾਤਮਕ ਜ਼ਿਆਦਾ ਸੋਚਦੇ ਹਾਂ। ਜੀ ਅਸੀਂ ਜਿਹੜੀ ਕਿਸੇ ਦੀ ਚੰਗਿਆਈ ਘੱਟ ਦੇਖਦੇ, ਬੁਰਾਈ ਜ਼ਿਆਦਾ ਦੇਖਦੇ। ਹਾਂ, ਈਰਖਾ ਖਤਮ ਹੋਣੀ ਚਾਹੀਦੀ ਆ। ਈਰਖਾ ਨਾਲੋਂ ਇਹ ਭਾਵਨਾ ਹੋਣੀ ਚਾਹੀਦੀ ਆ ਕਿ ਅਗਰ ਉਹ ਕਰ ਸਕਦਾ ਆ ਜੀ ਤੇ ਮੈਂ ਵੀ ਕਰ ਸਕਦਾ ਜੀ, ਇੱਕ ਵਧੀਆ ਸੋਚ ਦੇ ਨਾਲ। ਜੀ 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 ਉਹ ਕਈ ਵਾਰੀ ਜਿੱਦਾਂ ਨੌ ਸੱਸ ਦੀਆਂ ਗੱਲਾਂ ਅਸੀਂ ਕਰਦੇ ਹਾਂ, ਹਾਂਜੀ ਬਈ ਉਹ ਜਿਹੜੀ ਸਾਡੀ ਨਕਾਰਾਤਮਕ ਸੋਚ ਆ ਉਹ ਗਾਹਾਂ ਤੇ ਗਾਹਾਂ ਤੁਰਦੀ ਰਹਿੰਦੀ ਹੈ। ਹਾਂ, ਇਸੇ ਦੇ ਉੱਤੇ ਮੈਂ ਲੇਖ ਲਿਖਿਆ ਸੀਗਾ ਕਿ ਸਮਾਂ ਜਿਹੜਾ ਬਦਲਣਾ ਉਹ ਇਸਤਰੀ ਦੇ ਹੱਥ ਦੇ ਵਿੱਚ ਇਸਤਰੀ ਦੇ ਹੈ। ਹੱਥ 'ਚ ਵਾ। ਤੇ ਅਗਰ ਅਸੀਂ ਕਹਿ ਦਿੰਦੇ ਹਾਂ ਕਿ ਜਿਹੜਾ ਹੈਗਾ ਆ ਬੰਦਾ ਜ਼ੁਲਮ ਕਰਦਾ ਇਸਤਰੀ ਦੇ ਉੱਤੇ, ਤੇ ਉਹ ਉਸ ਜ਼ੁਲਮ ਨੂੰ ਕਰਵਾਉਣ ਪਿੱਛੇ ਵੀ ਕਈ ਵਾਰ ਇਸਤਰੀ ਹੀ ਹੁੰਦੀ ਹੈ। ਜੀ 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 ਬੇਸ਼ੱਕ ਇਸ ਚੀਜ਼ ਨੂੰ ਭੰਡਿਆ ਜਾਵੇ ਕਿ ਮੈਂ ਇਹ ਗੱਲ ਕਹਿ ਰਹੀ ਹਾਂ, ਪਰ ਇਹ ਸੱਚ ਹੈ। ਬਿਲਕੁਲ, ਜਿਹੜੀ ਸੱਚਾਈ ਇਹ ਸੱਚ ਹੈ। ਔਰ ਸਾਡੇ ਜਿਹੜੇ ਦੇਸ਼ ਪ੍ਰਦੇਸ਼ ਅਖਬਾਰ ਬਾਰੇ ਤੁਸੀਂ ਸੁਣਿਆ ਹੋਣਾ, ਜਿਹੜੀ ਕਿ ਇੰਗਲੈਂਡ, ਲੰਡਨ ਤੋਂ ਪ੍ਰਕਾਸ਼ਿਤ ਹੁੰਦੀ ਆ, ਉਹਨਾਂ ਦੇ ਜਿਹੜੇ ਸੰਪਾਦਕ ਹੈਗੇ ਨੇ ਸਰਦਾਰ ਗੁਰਬਖਸ਼ ਸਿੰਘ ਜੀ। ਹਾਂਜੀ, ਉਹਨਾਂ ਨੇ ਜਦੋਂ ਉਹਨਾਂ ਕੋਲ ਮੇਰਾ ਇਹ ਲੇਖ ਪਹੁੰਚਿਆ ਸੀਗਾ, ਉਹਨਾਂ ਨੇ ਆਪਣੀ ਦੇਸ਼ ਪ੍ਰਦੇਸ਼ ਅਖਬਾਰ ਦੇ ਵਿੱਚ ਇਹਨੂੰ ਸਥਾਨ ਦਿੱਤਾ ਸੀਗਾ। ਔਰ ਉਸ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਸੀਗਾ ਕਿ ਜੋ ਕੁਝ ਤੁਸੀਂ ਇਸ ਲੇਖ ਵਿੱਚ ਲਿਖਿਆ ਹੈ ਰੂਹਾਨੀ ਜੀ, ਉਹ ਲਿਖਣ ਦੀ ਹਿੰਮਤ ਕੋਈ ਘੱਟ ਨਹੀਂ ਕਰਦਾ। ਗੱਲ ਤਾਂ ਹਿੰਮਤ ਦੀ ਆ, ਹੌਸਲਾ, ਦ੍ਰਿੜਤਾ। ਤੁਸੀਂ ਇਹ ਇੱਕ ਟ੍ਰੈਂਡ ਬਣ ਗਿਆ ਆ ਸਰ ਕਿ ਅਸੀਂ ਸਿਰਫ ਬੰਦੇ ਨੂੰ ਹੀ ਭੰਡੀ ਜਾ ਰਹੇ ਹਾਂ। ਅਸੀਂ ਜਿੱਥੇ ਸਮੱਸਿਆ ਹੈਗੀ ਉਸ ਸਮੱਸਿਆ ਨੂੰ ਦੇਖ ਨਹੀਂ ਰਹੇ। ਨਾਲੇ ਜਦੋਂ ਦੂਜਿਆਂ ਨੂੰ ਉਂਗਲ ਕਰਦੇ, ਤੈਨੂੰ ਉਂਗਲ ਆਪਣੇ ਵੱਲ, ਆਪਣੇ ਵੱਲ ਦੇਖਦੇ ਨਹੀਂ ਅਸੀਂ। ਜੀ ਬਸ ਇਹ ਮਸਲਾ ਇਹੀ ਆ। ਇੱਥੇ ਸੋਚ ਤੁਸੀਂ ਬੜੇ ਮਨੋਵਿਗਿਆਨਕ ਜਿਹੜੀ ਵਿਸ਼ਲੇਸ਼ਣ ਕਰਕੇ ਉਹ ਲੇਖ ਲਿਖੇ ਸੀਗੇ। ਜਿਹੜਾ ਤੁਹਾਡਾ ਮਨੋਵਿਗਿਆਨ ਆ, ਤੁਹਾਡੀ ਜਿਹੜੀ ਸਾਹਿਤਕ ਸੋਝੀ ਆ, ਤੁਹਾਡਾ ਜਿਹੜਾ ਸਕਾਰਾਤਮਕ ਸੋਚ ਆ, ਉਹ ਤੁਹਾਡੀਆਂ ਕਹਾਣੀਆਂ 'ਚ ਵੀ ਝਲਕਦੀ ਆ ਜੀ। ਤੇ ਅੱਜ ਤੱਕ ਜਿਹੜੀਆਂ ਤੁਹਾਡੀਆਂ ਕਹਾਣੀਆਂ ਦੀਆਂ ਪੁਸਤਕਾਂ ਆ, ਜਿਹੜੀ ਤੁਹਾਡੀ ਕਹਾਣੀ ਦੀ ਸਿਰਜਣਾ ਆ, ਉਹਦੇ ਲਈ ਕਿਹੋ ਜਿਹਾ ਮਾਹੌਲ ਤੁਹਾਨੂੰ ਚਾਹੀਦਾ ਕਹਾਣੀ ਸਿਰਜਣ ਵਾਸਤੇ? ਸਰ, ਕਹਾਣੀ ਸਿਰਜਣ ਲਈ ਜਿਹੜਾ ਮਾਹੌਲ ਆ ਉਹ ਬਹੁਤ ਹੀ ਪ੍ਰਫੁੱਲਿਤ ਮਾਹੌਲ ਹੋਣਾ ਚਾਹੀਦਾ ਆ ਜੀ।
ਕਿਉਂਕਿ ਜਦੋਂ ਅਸੀਂ ਕਹਾਣੀ ਸਿਰਜਦੇ ਹਾਂ ਹਾਂਜੀ ਤੇ ਅਸੀਂ ਜਿਹੜੇ ਸਾਡੇ ਪਾਤਰ ਹੁੰਦੇ ਆ, ਅਸੀਂ ਉਹ ਜਿਸ ਦੁਨੀਆ ਦੇ ਹੁੰਦੇ ਆ, ਅਸੀਂ ਉਸ ਦੁਨੀਆ 'ਚ ਜਾ ਕੇ ਉਹਨਾਂ ਦੇ ਨਾਲ ਰਲ ਜਾਂਦੇ ਆ। ਜੀ ਜੀ ਤੇ ਜੋ ਪਾਤਰਾਂ ਦੀ ਭਾਸ਼ਾ ਆ, ਅਸੀਂ ਉਹੀ ਭਾਸ਼ਾ ਬੋਲਦੇ ਹਾਂ। ਬਿਲਕੁਲ। ਸੋ ਮੈਨੂੰ ਲੱਗਦਾ ਹੈ ਕਿ ਕਹਾਣੀ ਸਿਰਫ ਕਹਾਣੀ ਹੀ ਨਹੀਂ, ਕਵਿਤਾ ਰਚਣ ਦੇ ਲਈ, ਇੱਥੇ ਤੱਕ ਕਿ ਸਕੈਚ ਬਣਾਉਣ ਦੇ ਲਈ, ਪੇਂਟਿੰਗਸ ਬਣਾਉਣ ਦੇ ਲਈ, ਇੱਥੇ ਤੱਕ ਕਿ ਆਪਣੇ ਕਿਸੇ ਸਕੂਲ ਦਾ ਕੋਈ ਬੱਚਾ ਆ ਜਾਂ ਕੋਈ ਤੁਹਾਨੂੰ ਇਹੋ ਜਿਹਾ ਬੱਚਾ ਮਿਲਦਾ ਆ ਜਿਹਨੂੰ ਤੁਸੀਂ ਜਿਹੜਾ ਕੁਝ ਉਖੜਿਆ ਹੋਇਆ ਆ ਹਾਂਜੀ ਜਾਂ ਆਪਣੇ ਮਨ ਦੇ ਨਾਲ ਨਹੀਂ ਜੁੜਿਆ, ਜੀ। ਉਹਨੂੰ ਤੁਸੀਂ ਇੱਕ ਟਰੈਕ ਤੇ ਲਿਆਉਣ ਦੇ ਲਈ ਤੁਹਾਨੂੰ ਹਰ ਜਗ੍ਹਾ ਇੱਕ ਪ੍ਰਫੁੱਲਿਤ ਮਾਹੌਲ ਚਾਹੀਦਾ ਹੈ। ਇਹ ਮਾਹੌਲ ਦਾ ਬੜਾ ਅਹਿਮ ਰੋਲ ਹੈ। ਤੁਸੀਂ ਇੱਕ ਅਧਿਆਪਕ ਹੋਣ ਦੇ ਨਾਤੇ ਜਦੋਂ ਬੱਚਿਆਂ ਨੂੰ ਪੜ੍ਹਾਉਂਦੇ ਆ, ਕਿਉਂਕਿ ਤੁਸੀਂ ਸਾਹਿਤਕਾਰ ਹੋ, ਚਿੱਤਰਕਾਰ ਹੋ, ਆਮ ਤੌਰ 'ਤੇ ਜਿਹੜੇ ਅਧਿਆਪਕ ਸਾਡੇ ਸਾਥੀ ਆ ਉਹ ਸਿਰਫ ਵਿਸ਼ਾ ਪੜ੍ਹਾਉਂਦੇ ਆ, ਤੁਸੀਂ ਨਾਲ ਕੀ ਕਰਦੇ ਆ? ਮੇਰੀ ਇਹੀ ਇੱਕ ਪ੍ਰੋਬਲਮ ਹੈਗੀ ਆ ਕਿ ਮੈਂ ਇਕੱਲਾ ਵਿਸ਼ਾ ਨਹੀਂ ਪੜ੍ਹਾਉਂਦੀ। ਜੀ ਜੀ ਜਦੋਂ ਮੈਂ ਕਲਾਸ ਦੇ ਵਿੱਚ ਜਾਂਦੀ ਹਾਂ ਤੇ ਮੇਰੇ ਬੱਚੇ ਬਿਲਕੁਲ ਤਿਆਰ ਬਰ ਤਿਆਰ ਹੁੰਦੇ ਨੇ, ਤੁਹਾਨੂੰ ਉਡੀਕਦੇ ਹੁੰਦੇ ਨੇ ਜੀ। ਔਰ ਕਿਉਂਕਿ ਕਈ ਵਾਰੀ ਜਦੋਂ ਤਾਂ ਮੈਡਮ ਤੁਹਾਡੀ ਗੱਲ ਟੋਕ ਹੁੰਦੀ ਹੈ, ਕਈ ਵਾਰੀ ਮਾਸਟਰਾਂ ਤੋਂ ਡਰਦੇ ਹੋ, ਕਹਿੰਦੇ ਯਾਰ ਨਾ ਆਵੇ ਤਾਂ ਵਧੀਆ ਗੱਲ ਹੈ। ਨਹੀਂ, ਮੇਰੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ, ਜਿੱਦਾਂ ਹੀ ਮੈਂ ਕਲਾਸ ਦੇ ਵਿੱਚ ਜਾਂਦੀ ਹਾਂ, ਅਗਰ ਫਰਜ਼ ਕਰੋ ਕਿ ਮੈਨੂੰ ਸਟਾਫ ਰੂਮ ਦੇ ਵਿੱਚ ਕੋਈ ਕੰਮ ਹੈ ਜੀ ਤੇ ਮੈਂ ਕੋਈ ਕੰਮ ਕਰ ਰਹੀ ਹਾਂ ਔਰ ਉਧਰੋਂ ਬੈਲ ਹੋ ਗਈ ਔਰ ਮੈਂ 5 ਮਿੰਟ ਤੱਕ ਕਲਾਸ ਵਿੱਚ ਅਗਰ ਫਰਜ਼ ਕਰ ਲਓ ਨਹੀਂ ਪਹੁੰਚੀ ਤੇ ਮੈਂ ਮੈਨੂੰ ਇਸ ਗੱਲ ਦੀ ਬੜੀ ਸੰਤੁਸ਼ਟੀ ਆ ਕਿ ਮੇਰੇ ਬੱਚੇ ਦੌੜ ਕੇ ਸਟਾਫ ਰੂਮ 'ਚ ਆ ਜਾਂਦੇ ਨੇ ਕਿ ਮੈਡਮ ਤੁਹਾਡੀ ਕਲਾਸ ਹੈ। ਉਹਨਾਂ ਨੂੰ ਇਹ ਲੱਗਦਾ ਕਿ ਪਤਾ ਨਹੀਂ ਮੈਡਮ ਭੁੱਲ ਗਏ ਨੇ ਤੇ ਅਸੀਂ ਯਾਦ ਦਿਲਵਾ ਦਈਏ ਨਾ ਵੀ ਇਹਨਾਂ ਕਲਾਸ ਹੈ। ਸੋ ਮੈਂ ਬੱਚਿਆਂ ਦੇ ਨਾਲ ਇੱਕ ਮਨੋਵਿਗਿਆਨਕ ਤੌਰ 'ਤੇ ਵੀ ਜੁੜੀ ਹੋਈ ਹਾਂ ਔਰ ਭਾਵਨਾਤਮਕ ਤੌਰ 'ਤੇ ਵੀ ਜੁੜੀ ਹੋਈ ਹਾਂ। ਇਸ ਗੱਲ ਦਾ ਮੈਨੂੰ ਬਹੁਤ ਮਾਣ ਹੈ। ਇਹ ਮੈਨੂੰ ਇਸ ਚੀਜ਼ ਲਈ ਐਫਰਟ ਨਹੀਂ ਕਰਨਾ ਪੈਂਦਾ, ਕੋਸ਼ਿਸ਼ ਨਹੀਂ ਕਰਨੀ ਪੈਂਦੀ, ਸਿਰਫ ਇੱਕ ਕੁਦਰਤੀ ਮੇਰਾ ਸੁਭਾਅ ਹੀ ਹੈ, ਤੁਹਾਡਾ ਮਾਨਸਿਕਤਾ ਬਣ ਚੁੱਕੀ ਹੈ ਜੀ। ਤੇ ਔਰ ਜਦੋਂ ਮੈਂ ਕਲਾਸ ਦੇ ਵਿੱਚ ਜਾਂਦੀ ਹਾਂ ਤੇ ਬੱਚੇ ਬਿਲਕੁਲ ਰੈਡੀ ਬੈਠੇ ਹੁੰਦੇ ਆ ਆਪਣੀਆਂ ਕਿਤਾਬਾਂ ਖੋਲ੍ਹ ਕੇ ਕਿ ਅੱਜ ਇਹ ਲੈਸਨ ਪੜ੍ਹਨਾ ਆ। ਔਰ ਜਦੋਂ ਮੈਂ ਪੜ੍ਹਾਉਂਦੀ ਹਾਂ ਤੇ ਮੈਂ ਉਸ ਲੈਸਨ ਦੇ ਨਾਲ ਜੋ ਵੀ ਉਦਾਹਰਨਾਂ ਜੋੜ ਸਕਦੀ ਹਾਂ ਉਹਨਾਂ ਦੀ ਆਪਣੀ ਲਾਈਫ 'ਚੋਂ ਔਰ ਉਹਨਾਂ ਦੇ ਲੈਵਲ ਤੋਂ ਉੱਪਰ ਤੱਕ ਲਿਆਉਣ ਦੇ ਲਈ ਮੈਂ ਜੋ ਕੁਝ ਵੀ ਬੋਲ ਕੇ ਜਾਂ ਜੋ ਕੁਝ ਵੀ ਉਹਨਾਂ ਨੂੰ ਭਾਵਨਾਤਮਕ ਤੌਰ 'ਤੇ ਜੋੜ ਕੇ ਕਰ ਸਕਦੀ ਹਾਂ ਮੈਂ ਕਰਦੀ ਹਾਂ। ਔਰ ਮੇਰੇ ਲਈ ਇਹ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਜਦੋਂ ਬੈਲ ਵੱਜ ਜਾਂਦੀ ਹੈ ਤੇ ਬੱਚੇ ਕਹਿੰਦੇ ਆ ਕਿ ਮੈਡਮ ਜੀ ਅਗਲਾ ਪੀਰੀਅਡ ਤੁਸੀਂ ਲਾ ਲਓ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਬੱਚਿਆਂ ਨਾਲ ਮਨੋਵਿਗਿਆਨਕ ਤੌਰ 'ਤੇ ਵਿਹਾਰ ਕਰਦੇ ਹੋ ਔਰ ਬੱਚੇ ਤੁਹਾਡੀ ਹਰ ਗੱਲ ਨੂੰ ਸਮਝਦੇ ਆ ਔਰ ਤੁਸੀਂ ਇਕੱਲਾ ਵਿਸ਼ਾ ਨਹੀਂ ਆਪਣਾ ਪੜ੍ਹਾਉਂਦੇ, ਤੁਸੀਂ ਉਹਨਾਂ ਨੂੰ ਜੀਵਨ ਦੇ ਸੱਚਾਈ ਨਾਲ ਜੋੜ ਰਹੇ ਆ। ਜੀ ਬਿਲਕੁਲ। ਤੇ ਅੱਜ ਤੱਕ ਤੁਹਾਡੇ ਕੋਲ ਜਿਹੜੇ ਬੱਚੇ ਪੜ੍ਹੇ ਨੇ ਉਹਨਾਂ ਵਿੱਚੋਂ ਕਿੰਨੇ ਬੱਚੇ ਸਾਹਿਤ ਸਿਰਜਣਾ ਦੀ ਰਾਹੇ ਪੈ ਗਏ, ਕਿੰਨੇ ਕੁ ਚਿੱਤਰਕਾਰੀ ਕਰਨ ਲੱਗ ਪਏ ਜਿਨ੍ਹਾਂ 'ਤੇ ਤੁਹਾਨੂੰ ਲੱਗਦਾ ਵੀ ਇਹਨਾਂ 'ਚੋਂ ਇੰਨੇ ਬੱਚੇ ਮੇਰੇ ਇਸ ਖੇਤਰ 'ਚ ਨਿਕਲਣਗੇ? ਜੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਕ ਪ੍ਰਾਇਮਰੀ ਅਧਿਆਪਕਾ ਦੇ ਤੌਰ ਦੇ ਉੱਤੇ ਜਦੋਂ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਾਉਂਦੀ ਸੀਗੀ ਉਸ ਵੇਲੇ ਮੈਨੂੰ ਆਪਣੇ ਸਾਰੇ ਬੱਚੇ ਸਾਹਿਤਕਾਰ ਤੇ ਚਿੱਤਰਕਾਰ ਨਜ਼ਰ ਆਉਂਦੇ ਸੀਗੇ ਕਿਉਂਕਿ ਜਿੱਦਾਂ ਮੈਂ ਲਾਈਨਾਂ ਖਿੱਚ ਕੇ ਉਹਨਾਂ ਨੂੰ ਕਰਵ ਦੇ ਕੇ ਬਿਲਕੁਲ ਉਹੀ ਹੂਬਹੂ ਚਿੱਤਰ ਬਣਾਉਂਦੇ ਸੀ ਉਹ। ਔਰ ਤੁਹਾਨੂੰ ਪਤਾ ਹੀ ਹੋਣਾ ਕਿ ਮੇਰੇ 3 ਮੈਗਜ਼ੀਨ ਜਿਹੜੇ ਆ ਉਹ ਸਟੇਟ ਲੈਵਲ ਦੀ ਪ੍ਰਦਰਸ਼ਨੀ ਦੇ ਵਿੱਚ ਵੀ ਲੱਗੇ ਆ, ਫਸਟ ਵੀ ਆਏ ਆ ਔਰ ਕਹਿ ਲਓ ਵੀ ਉਹਨਾਂ ਦਾ ਮੈਨੂੰ ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਪ੍ਰਸ਼ੰਸਾ ਪੱਤਰ ਉਹਨਾਂ ਦੇ ਲਈ ਮਿਲੇ ਆ। ਪ੍ਰਸ਼ੰਸਾ ਪੱਤਰ ਤੁਹਾਨੂੰ ਪੜ੍ਹਾਉਣ ਦੇ ਵੀ ਮਿਲੇ ਆ, ਸਬਜੈਕਟ ਦੇ ਵੀ ਮਿਲੇ ਆ, ਹੋਰ ਬਹੁਤ ਮਿਲੇ ਆ। ਤੁਸੀਂ ਅਵਾਰਡ ਵੀ ਜਿੱਤੇ, ਨਿੱਕੀਆਂ ਕਰੂਮਲਾ ਪੁਰਸਕਾਰ ਵੀ ਜਿੱਤ ਚੁੱਕੇ ਆ, ਸਾਹਿਤ ਸਭਾ ਗੜ੍ਹਸ਼ੰਕਰ ਤੋਂ ਜਿੱਤ ਚੁੱਕੇ ਆ, ਹੋਰ ਰਾਸ਼ਟਰੀ ਪੱਧਰ 'ਤੇ ਸਟੇਟ ਪੱਧਰ 'ਤੇ ਮਿਲੇ ਆ। ਇਹ ਜਿਹੜੇ ਬੱਚਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਤਾਂ ਬੱਚੇ ਬਚਪਨ ਦੇ ਵਿੱਚ ਅੱਗੇ ਕਿੱਥੇ ਪਹੁੰਚੇ ਆ, ਉਹਨਾਂ 'ਚ ਕੋਈ ਅੱਗੇ ਨਿਕਲੇ? ਜੀ ਹਾਂ, ਮੈਂ ਉਹੀ ਤੁਹਾਨੂੰ ਦੱਸਣ ਲੱਗੀ ਸੀਗੀ। ਤੇ ਪ੍ਰਾਇਮਰੀ ਸਕੂਲ ਦੀ ਕਿਉਂਕਿ ਮੈਂ ਗੱਲ ਕਰ ਰਹੀ ਸੀਗੀ, ਮੈਨੂੰ ਸਾਰੇ ਚਿੱਤਰਕਾਰ ਨਜ਼ਰ ਆਉਂਦੇ ਸੀਗੇ ਲੇਕਿਨ ਉਹਨਾਂ ਦੇ ਵਿੱਚੋਂ ਮੇਰਾ ਇੱਕ ਖਾਸ ਬੱਚਾ ਜਿਹਦਾ ਮੈਂ ਜ਼ਿਕਰ ਕਰਨਾ ਬਹੁਤ ਜ਼ਰੂਰੀ ਸਮਝਦੀ ਹਾਂ, ਉਹਦਾ ਨਾਮ ਸੀ ਮਹਿਕਪ੍ਰੀਤ ਜੀ। ਉਹ ਬੱਚਾ ਜਿਹੜਾ ਸੀਗਾ ਮੁੰਡਾ ਸੀਗਾ ਔਰ ਉਹ ਕੰਨੋਂ ਬੋੜਾ ਸੀਗਾ ਤੇ ਮੂੰਹੋਂ ਗੂੰਗਾ ਸੀਗਾ, ਨਾ ਤੇ ਉਹਨੂੰ ਸੁਣਦਾ ਸੀ ਤੇ ਨਾ ਹੀ ਉਹ ਬੋਲ ਸਕਦਾ ਸੀ, ਪਰ ਉਹ ਇੰਨਾ ਕੁ ਵਧੀਆ ਚਿੱਤਰਕਾਰ ਸੀਗਾ। ਵਾਹ ਜੀ ਵਾਹ। ਔਰ ਕੋਈ ਉਹਨੂੰ ਤੁਸੀਂ ਕਿਹੋ ਜਿਹਾ ਵੀ ਚਿੱਤਰ ਦੇ ਦਿਓ ਉਹ ਪੂਰੀ ਲਗਨ ਦੇ ਨਾਲ ਖੁੱਭ ਕੇ ਬਣਾਉਂਦਾ ਹੁੰਦਾ ਸੀਗਾ ਉਹ। ਔਰ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੈਂ ਉਸ ਬੱਚੇ ਨੂੰ ਕਿਤੇ ਨਾ ਕਿਤੇ ਪਹੁੰਚਿਆ ਦੇਖਣਾ ਚਾਹੁੰਦੀ ਸੀ ਤੇ ਉਹਦਾ ਇੱਕ ਵਾਰ ਜ਼ਿਕਰ ਮੈਂ ਜਸਪ੍ਰੀਤ ਸਿੰਘ ਜਗਰਾਉਂ ਜੀ ਦੇ ਨਾਲ ਕੀਤਾ ਜਿਹੜੇ ਕਿ ਤਾਰੇ ਭਲਕ ਦੇ
ਪੁਸਤ ਕਰ ਦਿੰਦੇ ਆ ਉਹ ਹਾਂਜੀ ਕਿਤਾਬਾਂ ਛਾਪਦੇ ਉਹਨਾਂ ਦੇ ਨਾਲ ਜੁੜੇ ਹੋਏ ਆ ਜੀ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਡਮ ਜੀ ਵੀ ਇਸ ਬੱਚੇ ਦੇ ਲਈ ਮੇਰੇ ਕੋਲ ਤੁਹਾਡੇ ਲਈ ਕੰਮ ਹੈਗਾ ਅਗਰ ਤੁਸੀਂ ਦੇ ਸਕੋ ਜੀ। ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਕਹਾਣੀਆਂ ਭੇਜ ਰਿਹਾ ਆ ਇਹ ਚਿੱਤਰਕਾਰੀ ਕਰਾਓ ਤੇ ਇਹਦੇ ਕੋਲੋਂ ਚਿੱਤਰਕਾਰੀ ਕਰਵਾਓ ਜੀ। ਤੇ ਉਹ ਜਦੋਂ ਕਹਾਣੀਆਂ ਮੇਰੇ ਕੋਲ ਆਈਆਂ ਤੇ ਮੈਂ ਮਤਲਬ ਬੜੀ ਪਰੇਸ਼ਾਨ ਹੋਈ ਕਿਉਂਕਿ ਬੱਚਾ ਮਤਲਬ ਪੜ੍ਹ ਨਹੀਂ ਸੀ ਸਕਦਾ। ਅੱਛਾ ਜੀ। ਉਹ ਬੱਚਾ ਹਿਸਾਬ ਦੇ ਸਾਰੇ ਸਵਾਲ ਕਰ ਸਕਦਾ ਸੀਗਾ ਜੀ ਜੀ। ਔਰ ਉਹਨੂੰ ਮੈਂ ਮਤਲਬ ਕਿ ਪਿਕਟੋਰੀਅਲ ਵੇ ਦੇ ਨਾਲ ਕਿ ਤਸਵੀਰਾਂ ਦੇ ਨਾਲ ਚੀਜ਼ਾਂ ਸਮਝਾਈਆਂ ਸੀਗੀਆਂ ਕਿ ਆਹ ਸੂਰਜ ਆ ਤੇ ਸੂਰਜ ਨੂੰ ਐਦਾਂ ਲਿਖਣਾ ਆ ਜੀ ਜੀ। ਆ ਚੰਦ ਆ ਤੇ ਚੰਦ ਨੂੰ ਐਦਾਂ ਲਿਖਣਾ ਲੇਕਿਨ ਅਸਲ ਦੇ ਵਿੱਚ ਉਹ ਜਿਹੜਾ ਹੈਗਾ ਨਾ ਪੜ੍ਹ ਨਹੀਂ ਸੀ ਸਕਦਾ ਜੀ। ਤੇ ਫਿਰ ਮੇਰੇ ਲਈ ਇਹ ਸਮੱਸਿਆ ਪੈਦਾ ਹੋਈ ਕਿ ਹੁਣ ਮੈਂ ਕੀ ਕਰਾਂ, ਚਿੱਤਰਕਾਰੀ ਕਿਵੇਂ ਕਰਾਂ, ਚਿੱਤਰਕਾਰੀ ਇਹ ਤੋਂ ਕਿਵੇਂ ਕਰਵਾਵਾਂ। ਤੇ ਫਿਰ ਮੈਂ ਕਿਹਾ ਨਹੀਂ ਵੀ ਇਹ ਤੋਂ ਕਰਵਾਉਣੀ ਜ਼ਰੂਰ ਆ। ਔਰ ਫਿਰ ਜਦੋਂ ਮੈਂ ਕਹਾਣੀਆਂ ਦੇ ਥੀਮ ਕੱਢੇ ਨਹੀਂ ਕਿਉਂਕਿ ਸੁਣਦਾ ਤਾਂ ਹੈ ਹੀ ਨਹੀਂ ਸੀ, ਮੈਨੂੰ ਉਸ ਬੱਚੇ ਦੇ ਸਾਹਮਣੇ ਉਸ ਤਰ੍ਹਾਂ ਦੀ ਐਕਟਿੰਗ ਕਰਨੀ ਪਈ ਕਿ ਇਹੋ ਜਿਹੇ ਤੋਂ ਚਿੱਤਰ ਬਣਾਉਣਾ, ਮੈਨੂੰ ਆਹ ਚੀਜ਼ ਚਾਹੀਦੀ ਆ। ਕਦੋਂ ਜਦੋਂ ਉਹਨੇ ਸਾਈਕਲ ਤੇ ਚੜ੍ਹੇ ਹੋਏ ਮੁੰਡੇ ਦਾ ਚਿੱਤਰ ਬਣਾਉਣਾ ਸੀ ਤਾਂ ਮੈਂ ਖੁਦ ਸਾਈਕਲ ਦੇ ਉੱਤੇ ਚੜ੍ਹ ਕੇ ਉਹਨੂੰ ਆਹ ਚੀਜ਼ ਚਾਹੀਦੀ ਆ ਮੈਨੂੰ। ਵਾਹ ਜੀ ਵਾਹ। ਦਰਸ਼ਕ ਦੋਸਤੋ ਦੇਖੋ, ਕੁਲਵਿੰਦਰ ਕੌਰ ਰੋਹਾਨੀ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਅਸੀਮ ਨੇ, ਅਤਿਅੰਤ ਨੇ। ਭਾਵੇਂ ਘੰਟਿਆਂ ਬੱਧੀ ਗੱਲਾਂ ਬਾਤਾਂ ਉਹਨਾਂ ਨਾਲ ਕਰਦੇ ਰਹੀਏ, ਪਰ ਜਿਹੜੀ ਗੱਲ ਤੁਹਾਨੂੰ ਇਹ ਦੱਸੀ ਗਈ ਆ ਮਹਿਕਪ੍ਰੀਤ ਵਾਲੀ, ਕਿਉਂਕਿ ਇਹ ਘਟਨਾ ਸਾਡੇ ਅਧਿਆਪਕਾਂ ਦੇ ਜੀਵਨ ਵਿੱਚ ਬਹੁਤ ਵਾਰੀ ਵਾਪਰਦੀ ਹੈ। ਬਹੁਤ ਸਾਰੇ ਇਹੋ ਜਿਹੇ ਬੱਚੇ ਮਿਲਦੇ ਆ ਜਿਹੜੇ ਬੱਚਿਆਂ ਲਈ ਸਾਨੂੰ ਬਹੁਤ ਕੁਝ ਕਰਨਾ ਪੈਂਦਾ। ਸੋ ਕੁਲਵਿੰਦਰ ਕੌਰ ਰੋਹਾਨੀ ਨੇ ਇਹਨਾਂ ਦੀ ਪ੍ਰਾਪਤੀ 'ਚ ਇੱਕ ਹੋਰ ਵੀ ਜ਼ਿਕਰਯੋਗ ਜਿਹੜੀ ਗੱਲ ਮੈਂ ਕਰਨੀ ਚਾਹਾਂਗਾ, ਇਹਨਾਂ ਦੀ ਬੇਟੀ ਸੁਖਚੰਚਲ ਕੌਰ, ਜਿਹਦਾ ਰਿਕਾਰਡ ਹੈ ਕਿ 8 ਸਾਲ ਦੀ ਬੱਚੀ ਦੀ ਪੁਸਤਕ ਛਪੀ ਸੀ ਨੰਨੂ ਦਾ ਬਗੀਚਾ। ਸੋ ਇਹ ਪਰਿਵਾਰ ਹੀ ਦੋਨੋਂ ਮਾਵਾਂ ਧੀਆਂ ਸਾਹਿਤਕਾਰ ਨੇ, ਚਿੱਤਰਕਾਰ ਨੇ। ਸੋ ਬੜਾ ਮਾਣ ਹੋਇਆ। ਕੁਲਵਿੰਦਰ ਜੀ ਤੁਸੀਂ ਸਾਨੂੰ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਦਰਸ਼ਕ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ।